ਮਨਾਨ ਨੇ ਤੇ ਇੱਕ ਤੁਹਾਡੇ ਅਮਨ ਅਜ਼ੀਜ਼ ਸਾਹਿਬ ਦੇ ਵਿਚਕਾਰ ਬਾਹਰੋਂ ਆਵਾਜ਼ਾਂ ਆਉਂਦੀਆਂ ਨੇ। ਤੁਸੀਂ ਪਾਕਿਸਤਾਨ 'ਚ ਵੀ ਦੇਖੋ ਨਾ, ਕੋਰਟ 'ਚ ਕੇਸ ਚੱਲਦਾ ਹੈ ਨਾ, ਅੰਦਰ ਸਮਾਤ ਹੋ ਰਹੀ ਹੁੰਦੀ, ਬਾਹਰ ਹਰ ਚੈਨਲ ਬਹਿ ਕੇ ਆਪਣਾ ਤਬਸਰਾ ਕਰ ਰਿਹਾ ਹੁੰਦਾ ਹੈ। ਅਸਲ ਗੱਲ ਉਹੀ ਹੁੰਦੀ ਜਿਹੜੀ ਅੰਦਰ ਹੁੰਦੀ, ਜਿੱਥੇ ਅੰਦਰ ਫੈਸਲਾ ਹੁੰਦਾ। ਉਹ ਫੈਸਲਾ ਹੁਣ ਤੁਸੀਂ ਡੇਟ ਫਿਕਸ ਕਰ ਲਓ ਰਾਜਾ ਸਾਹਿਬ ਦੇ ਨਾਲ, ਤੇ ਜਿੱਦਣ ਉਹ ਤੁਸੀਂ ਜਾਂ ਉਹ ਕਰ ਲੈਂਦੇ ਸਾਰੀ ਦੁਨੀਆ ਵੇਖ ਲੈਗੀ। ਬਾਹਰੋਂ ਤੇ ਹਰ ਬੰਦਾ ਆਪਣੀ ਰਾਏ ਦਿੰਦਾ ਰਹੇਗਾ। ਤੁਹਾਡੀ ਬਰਾੜ ਤਾਂ ਕਿ ਉਹ ਜਿਹੜਾ ਉਠਵਾ ਲਾ ਕੇ ਦੇ ਕੇ ਗਿਆ ਜੀ, ਇਹ ਜਿਹੜਾ ਫੇਵਰੇਟ ਹੈਗਾ, ਇਹ ਜਿਹੜਾ ਉੱਥੇ ਪ੍ਰਾਪਰਟੀ ਡੀਲਰ ਹੈਗਾ, ਕੋਈ ਕੁਛ ਕਹਿੰਦੇ ਹੈਗਾ, ਕੋਈ ਕੁਛ ਕਹਿੰਦੇ ਹੈਗਾ। ਹਰ ਬੰਦਾ ਵਾਟਰ ਸਾਹਿਬ ਕੁਛ ਕਹਿ ਕੇ ਗਿਆ ਨੇ, ਰਾਜੇ ਮਨਾਨ ਨੂੰ ਬੋਲਣਾ ਨਹੀਂ ਆਉਂਦਾ। ਠੀਕ ਹੈ, ਇਹ ਲੋਕਾਂ ਦੀ ਰਾਏ ਹੁੰਦੀ ਹੈ, ਤਜਜ਼ੀਆ ਹੁੰਦਾ ਉਸ ਡਿਬੇਟ ਦੇ ਉੱਤੇ। ਅਸਲ ਡਿਬੇਟ ਹੈਗੀ ਰਾਜਾ ਸਾਹਿਬ ਦੇ ਵਿਚਕਾਰ ਤੇ ਆਮਰ ਸਾਹਿਬ ਦੇ ਵਿਚਕਾਰ। ਇਹਨਾਂ ਦੋਵਾਂ ਨੂੰ ਚਾਹੀਦਾ ਆਖਰੀ ਉਸ ਦਿਨ ਫਾਈਨਲ ਖੇਡ ਦੇਣ, ਦੁਨੀਆ ਨੂੰ ਸਮ ਦੱਸ ਦੇਣ ਕਿ ਭਾਈ ਜੀ ਇਹ ਗੱਲ ਹੋਈ ਹੈ ਤੇ ਇਹ ਉਹ ਆਖਰੀ ਫੈਸਲਾ ਹੋਇਆ। ਹਾਂ, ਬਾਅਦ ਦੀ ਡਿਬੇਟ ਨੂੰ ਛੱਡ ਦਿਓ, ਸਲੀਮ ਮੀਰ ਨੇ ਕੀ ਕਿਹਾ ਕੀ ਨਹੀਂ ਕਿਹਾ। ਚੰਗੇ ਭਲੇ ਸਿਆਣੇ ਬੰਦੇ ਔਰ ਮੁਹੰਮਦ ਰਫੀ ਤੁਸੀਂ ਸੁਣਦੇ ਹੋ, ਗੱਲ ਤੁਸੀਂ ਕਿਸ ਟਾਈਮ ਗਲਤ ਕਰ ਦਿੰਦੇ ਹੋ। ਹੁਣ ਮੇਰੀ ਗੱਲ ਦਾ ਗੁੱਸਾ ਨਹੀਂ ਕਰਨਾ। ਬੰਦੇ ਯਾਰ ਤੁਸੀਂ ਆ ਗਏ ਨੇ ਤੇ ਮੈਨੂੰ ਦੱਸਣ ਲੱਗਿਆ ਜੀ ਹੁਣ। आमर मुगल साहेब जी 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 एक सेकंड ओके भाईजान, चाह पी रहे हो ना? मैं भी चाह पीती हूँ। जी अपना एक सेकंड एक काम कर लो ताकि क्या के आए होंगे ना। दे रहे हैं उसे बल्कि उनके होंगे वो तरसता रहा है। मजाक उड़ना शुरू हो चुका है इस बार। मैं समझ लगा मेरे नाल लिया के बात है लामा साहब नु। अस्सलाम वालेकुम। वालेकुम। और साडी आई खुश नसीबी है, साडी बराड आन हो गई है। चलो गलबात किरे कर लांगे ने बैठ के चढ़ गैस ते कढ लांगे दिमाग दी यार। सवेरे दे आज ना कदे गल करन ते मूड हुंदा है ते कदे नहीं हुंदा, जिहड़ी सच्ची गल है। ते जदों हुंदा है कोई कि एक मैं ना एफ च कहानी पढ़ी सी, पनिशमेंट ऑफ खिप्पल। पढ़ी है तुसां कोई जमातां 12-14 पढ़ी है कि? हां जी हां जी हां जी। ਉਹਦੇ ਚੋਂ ਨਾ ਹਾਂਜੀ ਉਹ ਖਿੱਪਲ ਬਾਦਸ਼ਾਹ ਨੇ ਨਾ ਉਹਨੂੰ ਸਜ਼ਾ ਦਿੱਤੀ, ਉਹਨੂੰ ਕੰਸਟਰਕਟਰ ਨੂੰ, ਆਪਣੇ ਠੇਕੇਦਾਰ ਨੂੰ, ਕਿ ਤੈਨੂੰ ਆਖਿਆ ਸੀ ਮਹੱਲ ਬਣਾ ਦੇ ਤੇ ਭੋਸੜੀ ਦੇ ਤੂੰ 6 ਸਾਲ ਹੋਏ ਨੇ ਇੱਥੇ ਮਹੱਲ ਟੋਏ ਕੱਢ ਕੇ ਬੈਠੇ, ਐਵੇਂ ਮਹੱਲ ਵੀ ਨਹੀਂ ਬਣਾਇਆ, ਸਾਰਾ ਦਿਨ ਗੱਲਾਂ ਕਰਦਾ ਰਹਿਣਾ। ਤੇ ਉਹਨੇ ਉਹਨੂੰ ਇੱਕ ਸਜ਼ਾ ਦਿੱਤੀ ਕਿ ਤੂੰ 24 ਘੰਟੇ ਤੱਕ ਆਪਣੇ ਜਿਸਮ ਤੇ ਆਪ ਖਾਰਿਸ਼ ਨਹੀਂ ਕਰ ਸਕਦਾ। ਅੱਛਾ। ਉਹਨੇ ਆਖਿਆ ਜਿਸ ਵੇਲੇ ਮੇਰਾ ਦਿਲ ਹੁੰਦਾ ਸੀ ਖਾਰਿਸ਼ ਕਰਨ ਤੇ, ਜਿਸ ਵੇਲੇ ਮੇਰਾ ਦਿਲ ਹੁੰਦਾ ਸੀ ਤੇ ਜਿੱਥੇ ਖਾਰਿਸ਼ ਹੋ ਰਹੀ ਹੁੰਦੀ ਸੀ, ਮੈਂ ਬੰਦੇ ਨੂੰ ਕਹਿੰਦਾ ਸੀ ਇੱਥੇ ਖਾਰਿਸ਼ ਕਰ, ਜਿੱਥੇ ਖਾਰਿਸ਼ ਹੋ ਰਹੀ ਹੁੰਦੀ ਸੀ ਉੱਥੇ ਨਹੀਂ ਸੀ ਖਾਰਿਸ਼ ਕਰਦਾ, ਉਹ ਕਿਸੇ ਦੂਜੇ ਪਾਸੇ ਕਰਦਾ ਸੀ। ਤੇ ਜਿਸ ਵੇਲੇ ਨਹੀਂ ਸੀ ਖਾਰਿਸ਼ ਹੋ ਰਹੀ ਹੁੰਦੀ ਤੇ ਉਹ ਖਾਰਿਸ਼ ਕਰ ਦਿੰਦਾ ਸੀ। ਸੋ ਹਿਸਾਬ ਹੈ ਤੇ ਟਿਕ ਟਾਕ ਦਾ। ਜਿਸ ਵੇਲੇ ਕੋਈ ਗੱਲ ਕਰਨ ਤੇ ਦਿਲ ਹੁੰਦਾ ਹੈ ਉਸ ਵੇਲੇ ਬਰਾੜ ਕੋਈ ਨਹੀਂ ਆਨ ਹੁੰਦੀ, ਜਿਸ ਵੇਲੇ ਬਰਾੜ ਆਨ ਹੁੰਦੀ ਉਸੇ ਗੱਲ ਕਰਨ ਤੇ ਦਿਲ ਨਹੀਂ ਹੁੰਦਾ। ਹਾਂਜੀ ਵਾਹ ਜੀ ਵਾਹ। ਕੱਲ ਤੁਸੀਂ ਚੰਗੀ ਗੈਸ ਖਾਰਿਸ਼ ਕਢਾਈ ਉਹਨਾਂ ਦੀ ਤਲਤ ਸਾਹਿਬ ਦੀ ਤੇ ਅਕਬਰ ਖਾਨ ਦੀ। ਗੱਲ ਕਰਨ ਵਾਲੀ ਬੰਦਾ ਥੱਲੇ ਬਹਿ ਕੇ ਹੱਸੀ ਜਾ ਰਿਹਾ ਸੋ ਬਸ ਉਹਨਾਂ ਨਾਲ ਨਹੀਂ ਉਹਨਾਂ ਨੂੰ ਇਹੋ ਜਿਹੇ ਬੰਦਿਆਂ ਨੂੰ ਇੱਕ ਵਾਰੀ ਜ਼ੋਰ ਮਾਰ ਲੈਂਦੇ, ਇਹਨਾਂ ਦੀ ਸਾਰਾ ਅੰਦਰ ਦਾ ਜ਼ਹਿਰ ਨਿਕਲ ਜੇ, ਮੈਂ ਤੇ ਅੱਗੋਂ ਨਾ ਇਹ ਕੰਮ ਕਰਨ।
ਉਹ ਉਧਰੋਂ ਤੁਹਾਡਾ ਸ਼ਾਗਿਰਦ ਹਮਿਊਨਿਟੀ ਰਾਤੀ ਪਰਸੋਂ ਲਾ ਕੇ ਬੈਠਾ ਸੀ, ਉਹਨੇ ਅਸਕਾਨੀ ਤੇ ਨਾਲ 4 ਬੰਦੇ ਜਬਰੂ ਖਾਨ ਵਗੈਰਾ ਉਹਨਾਂ ਦੀ ਚੰਗੀ ਖਾਰਜ ਕਰਾਈ, ਉਹ ਲੱਗੇ ਰਹੇ 2 ਘੰਟੇ। ਨਹੀਂ ਉਹ ਤੇ ਆਖਰੀ ਵਾਰੀ ਹੋਇਆ, ਅੱਗੋਂ ਉਮੀਦ ਨਹੀਂ ਹੋਣ ਲੱਗਾ, ਜੋ ਕੋਈ ਹੋ ਗਿਆ ਨਾ ਉਹਨਾਂ ਮੈਂ ਐਕਸ਼ਨ ਬੜਾ ਸਖਤ ਲਿਆ। ਲੇਕਿਨ ਇਹ ਕਿ ਇਹ ਜਿਹੜੇ ਨੇ ਇਹਨਾਂ ਦੀ ਵੀ ਕੋਈ ਗਾਰੰਟੀ ਦੇ ਸਕਦਾ ਕਿ ਆਖਰੀ ਵਾਰੀ ਇਹਨਾਂ ਕਰ ਲਿਆ, ਅੱਗੋਂ ਨਹੀਂ ਕਰਨ ਲੱਗੇ ਹੈਂ? ਨਹੀਂ ਮੈਂ ਨਹੀਂ ਕਹਿੰਦਾ ਕਿਸੇ ਦੀ guarantee। ਇਹਨਾਂ ਦੀ ਕੋਈ ਗਾਰੰਟੀ ਨਹੀਂ ਦੇ ਸਕਦਾ। ਮਲਕ ਸਾਹਿਬ ਤੇ ਜਨਾਬ ਤੁਹਾਨੂੰ ਪਤਾ ਹੈ ਫਿਰ ਮਲਕ ਸਾਹਿਬ ਇੱਥੇ ਗੈਸ ਕੱਢ ਕੇ ਜਾ ਕੇ ਆਪਣੀ ਬਰਾੜ ਲਾ ਲਈ, ਵੀ ਜਿਹੜੀ ਰਹਿ ਗਈ ਉੱਥੇ ਜਾ ਕੇ ਲਈ। ਉੱਥੇ ਜਾ ਕੇ ਮਲੰਗਣੀ ਬਹਾ ਲਈ ਉਸਨੇ, ਕੋਈ ਪਤਾ ਨਹੀਂ ਕੀ ਉਹ ਗੇਮਿੰਗ ਕਰਨੀ ਸ਼ੁਰੂ ਕਰ ਦਿੱਤੀ ਕਿਸੇ ਨੇ, ਕੀ ਕਹਿੰਦੇ ਸੀ 1 ਘੰਟਾ ਮੇਰੇ ਹਾਲੇ ਇੱਥੇ ਗੈਸ ਕੱਢੀ ਨੇ, ਉਹਦੇ ਬਾਅਦ ਵੀ ਇਹ ਵੀ ਉਹਨਾਂ ਦੇ ਅੰਦਰ ਕੋਈ ਗੈਸ ਹੈ ਸੀ, ਆਪਣੀ ਬਰਾੜ ਆਨ ਕੀਤੀ ਸਨ। ਹਾਂਜੀ ਬੜਾ ਹੀ ਭਾਈ ਇਹਨਾਂ ਲੋਕਾਂ ਦਾ ਪਿੱਟ ਹੈ। ਅਸੀਂ 10-15 ਮਿੰਟ ਗੱਲ ਕਰ ਲਈਏ ਤੇ ਆਖੀ ਦਾ ਬਸ ਹੁਣ ਕਿਸੇ ਹੋਰ ਨੂੰ ਮੌਕਾ ਦਈਏ। ਅੱਜ ਸਵੇਰ ਨਾ ਥੋੜੀ ਫਰੈਸਕੀਨੋ ਜੀ ਹੈ, ਜਿਹੜੀ ਕਹਿ ਲਿਓ ਨਾ ਠੰਡ ਜੀ ਹੋਈ ਹੈ, ਨਾਰਮਲ ਗਰਮੀ ਸੀ 2 ਹਫ਼ਤੇ ਦੀ ਬੜੀ ਪੈਣ ਲੱਗੀ ਤੇ ਰਾਤੀ ਹਾਂ ਹੁਣ ਧੁੱਪ ਚੜਨ ਲੱਗੀ। ਹਾਂਜੀ ਹਾਂਜੀ ਧੁੱਪ ਆ ਰਹੀ ਹੈ ਤੇ ਗਰਮੀ ਆ ਰਹੀ ਹੈ, ਲੇਕਿਨ ਮੌਸਮ ਸੁਬਹ ਬਿਹਤਰੀਨ ਸੀ ਤੇ ਮੇਰਾ ਦਿਲ ਪਿਆ ਕਰਦਾ ਸੀ ਕੋਈ ਗੱਲਬਾਤ ਕਿਸੇ ਨਾਲ ਕਰਨ ਤੇ। ਥੋੜਾ ਜਿਹਾ ਉਹ ਜ਼ਹਿਨੀ ਤੌਰ ਤੇ ਡਿਪਰੈਸ ਵੀ ਮੈਂ ਸਾਂ। ਉਹ ਫਰਿੱਜ ਕੱਲ ਕੋਈ ਨਵਾਂ ਖਰੀਦਿਆ ਬੱਚਿਆਂ ਨੇ, ਉਹ ਪੌੜੀਆਂ ਦੇ ਉੱਤੇ ਨਹੀਂ ਸੀ ਚੜ੍ਹਦਾ ਤੇ ਉਹ ਮੈਂ ਦਿਮਾਗੀ ਤੌਰ ਤੇ ਨਾ ਅਪਸੈਟ ਸਾਂ ਵੀ ਉਹਦੇ ਵਾਸਤੇ ਨਾ ਉਹ ਪਿਆਤਾ ਫੋਰਮਾ ਨੂੰ ਕਹਿੰਦੇ ਨੇ ਇੱਥੇ ਨਾ, ਜਿਹੜੀ ਉਹ ਲਿਫਟ ਜੀ ਹੁੰਦੀ ਹੈ ਨਾ, ਹਾਂਜੀ ਹਾਂਜੀ, ਉਹਨੂੰ ਲਿਆ ਕੇ ਤੇ ਉਹਨੂੰ ਖਿੜਕੀ ਵਾਲੇ ਰਾਹ ਕੇ ਅੰਦਰ, ਕਿਉਂਕਿ ਸੁੱਤੇ ਰਹਿੰਦੇ ਆ ਤੇ ਉਹ ਮੈਂ ਥੋੜਾ ਜ਼ਹਿਨੀ ਤੌਰ ਤੇ ਨਾ ਅਪਸੈਟ ਜੈਸਾ। ਤੇ ਮੈਂ ਕਿਹਾ ਭਾਈ ਬਰਾਤ ਲੱਗੇ ਤੇ ਗੁੱਸਾ ਕੱਢੀਏ, ਗੁੱਸਾ ਕੱਢੀਏ ਕਿਰੇ ਕਿਸੇ ਤੇ। ਉਹ ਹੁਣ ਫੀਸ ਸ਼ੇਖ ਸਾਹਿਬ ਉੱਥੇ ਲੱਭ ਗਏ ਨੇ ਇੱਕ ਬਰਾੜ ਤੇ, ਉੱਥੇ ਮੈਂ ਕੱਢ ਆਇਆ ਗੁੱਸਾ। ਅੱਛਾ ਅੱਛਾ, ਉਹਨਾਂ ਦੀ ਬਰਾੜ ਹੀ ਡਿੱਗ ਪਈਏ। ਮਸਲਾ ਇਹ ਵੀ ਹੈ ਨਾ, ਦੂਜੀਆਂ ਬਰਾਡਾਂ ਤੇ ਮੈਂ ਤਾਂ ਨਹੀਂ ਜਾਂਦਾ ਵੀ ਜਿਸ ਸੇ ਮੈਂ ਕਿਸੇ ਬਰਾੜ ਤੇ ਜਾਂਦਾ ਨਾ ਬਾਹਰ, ਉਹ ਸਟੇਜ ਤੇ ਜਿਸ ਸੇ ਮੈਂ ਚੜ੍ਹਨਾ ਸਟੇਜ ਹਿੱਲਣ ਲੱਗ ਪੈਂਦਾ, ਥੱਲਿਓਂ ਫੱਟੇ ਪੁੱਟੇ ਥੱਲਿਓਂ ਖਿਸਕਣ ਸ਼ੁਰੂ ਹੋ ਜਾਂਦੇ ਨੇ, ਝੱਟ ਬਾਅਦ ਬਰਾੜ ਹੀ ਡਿੱਗ ਪੈਂਦੀ ਹੈ। ਇਹ ਵੀ ਮਸਲਾ ਹੈ ਨਾ, ਉਹ ਬਰਾੜ ਹੀ ਡਿੱਗ ਪਈ ਹੈ। ਮੈਂ ਕਿਹਾ ਅਮਰ ਭਾਈ ਨੇ ਲਾ ਲਈ ਬਰਾੜ ਦੇ ਇੱਧਰ ਆ ਜਾ। ਅੱਛਾ ਸੁਣਾਓ ਤੁਸੀਂ ਵੀ ਉਹ ਕੱਲ ਆਜ਼ਮ ਸੈਫੀ ਦਾ ਬਿਆਨ ਸੁਣਿਆ ਜੇ? ਮੈਂ ਤਾਂ ਹੁਣ ਆਮਰ ਮੁਗਲ ਨੇ ਦੱਸੀ ਥੋੜੀ ਜਿਹੀ ਗੱਲ ਹੈ ਕਿ ਉਹ ਭਾਈ ਜੀ ਉਹਨਾਂ ਨੇ 5 ਸਵਾਲ ਘੱਲੇ ਨੇ, ਤੁਸੀਂ ਜਵਾਬ ਦੇਣੇ ਨੇ। ਉਹਨੇ ਦਿੱਤੇ ਨੇ ਜਵਾਬ? ਅੱਛਾ ਉਹਨੇ ਜਵਾਬ ਦੇਣੇ ਸੀ ਕਿ ਤੁਸੀਂ ਦੇਣੇ ਨੇ? ਨਹੀਂ ਅਸੀਂ ਤਾਂ ਸਵਾਲ ਲਿਖ ਕੇ ਪੋਸਟਰ ਲਾਏ ਆ ਨਾ। ਅੱਛਾ ਇਹ ਦੱਸ ਆਹ ਸਾਹਮਣੇ ਲੱਗ ਰਿਹਾ ਸੀ। ਹਾਂਜੀ ਤੇ ਉਹਨੇ ਉਹ ਜਵਾਬ ਦਿੱਤੇ ਨੇ ਉਹਨਾਂ ਸਵਾਲਾਂ ਦੇ, ਉਹ ਜਵਾਬ ਸੁਣਨੇ ਨੇ ਤੁਸੀਂ? ਨਹੀਂ ਤੁਸੀਂ ਤੇ ਕੱਟ ਪੀਸ ਕਰਕੇ ਸੁਣਾਣੇ ਨੇ, ਮੈਂ ਆਪੇ ਸੁਣ ਲਾਂਗਾ। ਨਹੀਂ ਪੂਰੀ ਰਿਕਾਰਡਿੰਗ ਮੈਂ ਉੱਥੋਂ ਸ਼ੁਰੂ ਕਰਾਂਗਾ ਜਿੱਥੋਂ ਉਹਨੇ ਗੱਲ ਕਰਨੀ ਸ਼ੁਰੂ ਕੀਤੀ ਹੈ, ਉੱਥੋਂ ਤੱਕ ਮੈਂ ਚਲਾਂਗਾ ਜਿੱਥੋਂ ਤੱਕ ਉਹਦੀ ਜਿਹੜੀ ਗੁਫ਼ਤਗੂ ਮੁਕੰਮਲ ਹੁੰਦੀ। ਮੈਨੂੰ ਕਿਹੜੀ ਲੋੜ ਕੱਟ ਪੀਸ ਕਰਕੇ ਸੁਣਾਉਣ ਦੀ? ਮੈਂ ਉਹਨੂੰ ਸਵੇਰੇ ਮੈਸੇਜ ਵੀ ਕੀਤਾ ਹੈ, ਮੈਂ ਕਿਹਾ ਵੀ ਇਹ ਜਵਾਬ ਦਿੱਤਾ ਇਹ ਤਾਂ ਮੰਨਾ ਰੇੜੀ ਵਾਲਾ ਵੀ ਦੇ ਲੈਂਦਾ ਹੈ ਜਵਾਬ, ਜਿਹੜਾ ਤੂੰ ਜਵਾਬ ਦਿੱਤਾ ਹੈ ਮੁਅੱਲਮ ਸਾਹਿਬ, ਇਹ ਜਵਾਬ ਤਾਂ ਮੈਂ ਕਿਹਾ ਸਾਡਾ ਗਲੀ 'ਚ ਮੰਨਾ ਰੇੜੀ ਵਾਲਾ ਵੀ ਦੇ ਲੈਂਦਾ। ਖੁਦਾ ਦਾ ਖੌਫ ਕਰ, ਕੋਈ ਜਿਹੜੀ ਗੱਲ ਪੁੱਛੀ ਉਹਦਾ ਜਵਾਬ ਦੇ। ਬੜੀ ਯਾਰ ਪੂਅਰ ਪਰਫਾਰਮੈਂਸ। ਪਤਾ ਨਹੀਂ ਤੁਸੀਂ ਕਿਉਂ ਇਹਨੂੰ, ਜਾਂ ਤਾਂ ਮੇਰਾ ਖਿਆਲ ਹੈ ਤੁਸੀਂ ਇਹਨੂੰ ਸਮਝਦੇ ਹੋ ਵੈਸੇ ਸ਼ੁਗਲ ਮੇਲਾ ਮਜ਼ਹਬ ਨੂੰ ਨਾ, ਲੇਕਿਨ ਅਗਰ ਤੁਸੀਂ ਇਹਨੂੰ ਓਨੈਸਟਲੀ ਮਜ਼ਹਬ ਨੂੰ ਮਜ਼ਹਬ ਸਮਝ ਕੇ ਫਾਲੋ ਕਰਦੇ ਹੋ, ਇੱਕ ਬੰਦਾ ਜਿਹੜਾ ਇੰਨੀ ਗਲਤ ਗੱਲ ਕਰ ਰਿਹਾ ਹੈ ਉਹਦੀ ਤੁਸੀਂ ਕਿਉਂ ਨਹੀਂ ਪਕੜ ਕਰਦੇ? ਕਿਹੜੀ ਗਲਤ ਗੱਲ ਕਰਤੀ ਉਹਨਾਂ ਨੇ, ਇਰਫ ਸੈਫੀ ਸਾਹਿਬ ਨੇ? ਇਹ ਮੈਂ ਤੁਹਾਡੇ ਸਾਹਮਣੇ ਸਵਾਲ ਲਾਣਾ ਵਾ ਤੇ ਮੈਂ ਤੁਹਾਨੂੰ ਉਹਨਾਂ ਦੇ ਸਵਾਲ ਜ਼ਬਾਨੀ ਵੀ ਸੁਣਾ ਦੇਣਾ ਤੇ ਪੜ੍ਹ ਕੇ ਵੀ ਸੁਣਾ ਦੇਣਾ। ਜੇ ਮੈਂ ਗੱਲ 'ਚ ਹੇਰਾਫੇਰੀ ਕੀਤੀ ਤੁਸੀਂ ਮੈਨੂੰ ਆਖਿਓ ਫੜ ਕੇ ਬਈ ਇਹ ਜਵਾਬ ਤੇ ਆਜ਼ਮ ਸੈਫੀ ਨਹੀਂ ਦਿੱਤਾ ਜਿਹੜਾ ਤੂੰ ਦੇਣ ਲੱਗੇ ਆ, ਇਹ ਤਾਂ ਤੂੰ ਗਲਤ ਕਰਨ ਲੱਗੇ ਆ। ਇੱਕ ਸੈਕਿੰਡ ਮੈਂ ਸਕਰੀਨ ਸ਼ਾਟ ਲੈ ਲਾ ਨਾ। ਲੈ ਲਓ ਚਲੋ ਇਹ ਜਵਾਬ ਤੇ ਮੈਂ ਵੀ ਤੁਹਾਨੂੰ ਦੇ ਸਕਦਾ, ਲੇਕਿਨ ਚਲੋ ਕੋਈ ਨਹੀਂ, ਉਹਨਾਂ ਦਾ ਸੁਣਾਓ ਪਹਿਲਾਂ। ਤੁਸੀਂ ਕੀ ਜਵਾਬ ਦਿਓਗੇ? ਤੁਹਾਨੂੰ ਪਤਾ ਮੌਲਾਨਾ ਸਨਾਉਲ ਅੰਮ੍ਰਿਤਸਰੀ ਨੇ ਦਸਤਖਤ ਦੀ ਤਹਿਰੀਰ ਕੋਈ ਲਿਖੀ ਸੀ, ਨਹੀਂ ਸੀ ਲਿਖੀ?
ਉਹ ਵਾਲੇ ਪਰਚਾ ਆਊਟ ਇਹਨਾਂ ਨੇ ਕਰਨਾ, ਉਹ ਤੁਹਾਨੂੰ ਰਾਜਾ ਮਨਾਨ ਸਾਹਿਬ ਦੱਸਣਗੇ ਨਾ, ਪਰਚਾ ਆਊਟ ਹੋ ਜਾਏਗਾ ਇਸ ਤਰ੍ਹਾਂ ਨਾ, ਫਿਰ ਤੁਸੀਂ ਨਵਾਂ ਕੋਈ ਸਿਸਟਮ ਕੱਢ ਲੋਗੇ। ਰਾਜਾ ਮਨਾਨ ਸਾਹਿਬ ਨਾਲ ਰਾਜਾ ਮਨਾਨ ਸਾਹਿਬ ਜਾ ਕੇ ਨਾ ਕੱਲ ਬੈਠੇ ਸਨ ਨਾਲ ਆਜ਼ਮ ਸੈਫੀ ਦੇ, ਬਈ ਦੇ ਜਵਾਬ ਤੂੰ ਦੇ ਲੈ ਜਿਹੜੇ ਤੇਰੇ ਕੋਲ ਨੇ, ਤੇ ਉੱਥੇ ਬੈਠੇ ਰਹੇ ਨੇ, ਥੱਲੇ ਬਹਿ ਕੇ ਸੁਣਦੇ ਰਹੇ ਨੇ ਨਾਲ ਪੈਨਲ ਦੇ ਉੱਤੇ ਬਹਿ ਕੇ, ਤੇ ਜੇ ਉਹ ਜਵਾਬ ਜਿਹੜੇ ਆਜ਼ਮ ਸੈਫੀ ਨੇ ਦਿੱਤੇ ਨੇ ਨਾ, ਇਹ ਜਵਾਬ ਤੇ ਰਾਜਾ ਮਨਾਨ ਸਾਹਿਬ ਨੂੰ ਵੀ ਦੇਣੇ ਆਉਂਦੇ ਸਨ। मिसाल के तौर पर पहला सवाल है, क्या मौलाना सनाउल अमृतसरी की दस्तखती तहरीर मिली या मिर्ज़ा साहब ने झूठ बोला था? क्योंकि मिर्ज़ा साहब ने जाज़े अहमदी च लिखा है कि मुझे एक दस्तखती तहरीर मिली है, यानी एक तहरीर मिली जिहदे उत्ते दस्तखत कीते ने मौलाना सनाउल अमृतसरी ने कि मैं इस तरीके नाल फैसला करने नूं तैयार हाँ कि साडे जो जिहड़ा झूठा है सच्चे दी जिंदगी जमात। मौलाना सनाउल अमृतसरी ने आख्या कि मेरी तो इस तरह की कोई तहरीर नहीं है, पेश करो कितने तहरीर है जी कोई, क्यों झूठ बोलन लगे हो? ए मैं वाला पेश किया है, तो ਇਹਦਾ जवाब कल आजम सैफी साहब ने यह दिता है कि भाई मिर्ज़ा साहब ने लिखा था जाज़े अहमदी में, जाज़े अहमदी जनाब नवंबर 1902 में छपी है, अक्टूबर में मुनाजरा हुआ है मुद में, और उसके बाद नवंबर में ये छपी है। तो कहते हैं जी नवंबर 1902 में किताब छपी है, तो मौलाना सनाउल अमृतसरी ने 1906 में अपने रसाला अहल हदीस अमृतसर में ये इतराज क्यों किया है? पहले क्यों नहीं किया? वो फरला सा होगा कहीं इधर उधर रख दिया होगा, जाया हो गया होगा, अब कौन दे उसको तहरीर? मैंने उनको ये ऑडियो किया सुबह कि मौलाना साहब ऐसे ही एक दफ़ा आपने मुझे कहा था कि मौलाना सनाउल अमृतसरी ने कहा था हरामजादे की रस्सी दराज होती है, तो जब पूछा कि ये कहाँ लिखा हुआ है तो आप आएँ बाएँ शाएँ करते रहे। फिर मैंने आपको आपके घर से सबूत पेश किया, अभी वो फिर उनका मैसेज आया, मैंने कहा भी मैंने आपको सबूत पेश किया था कि आपके काबरीन ने अल-फज़ल अखबार में लिखा हुआ है कि हरामजादे की रस्सी दराज होती है। इस तरह की कोई बात कहीं लिखी तो थी मौलाना सनाउल अमृतसरी ने, लेकिन क्योंकि इस तरह के इश्तिहार संभाल के नहीं रखे जाते तो वो हमसे कहीं अब इधर उधर हो गया, ज़ाया हो गया, तो आइंदा कोई बंदा ये बात ना करे। क्योंकि ये जो बात करते थे आगे से मौलाना सनाउल अमृतसरी डंडा पकड़ के पूछते थे कहाँ मैंने ये बात लिखी है, कहाँ मैंने ये बात लिखी है, ये फिर ऑटो पे जीप फेरते थे। ऐसे ही मिर्ज़ा साहब ने ये बात जो कही जाज़े अहमदी में कि मौलाना सनाउल अमृतसरी की दस्तखत तहरीर मिली है, जब पूछा भी कहाँ है ये तहरीर तो मिर्ज़ा साहब ऑटो पे जीप फेरते रहे बाहर के। नहीं सर अमर साहब उन्होंने दी गल भी ठीक है कि 1902 च उन्होंने तहरीर लिखी और 1906 ਦੇ ਵਿੱਚ ਆ ਕੇ ਮੌਲਵੀ ਸਾਹਿਬ ਕਹਿ ਰਹੇ ਤਹਿਰੀਰ ਕਿੱਥੇ ਵੇ, 4 ਸਾਲ ਗੁਜ਼ਰ ਗਏ ਸੀ ਸਰ, ਉਹਦੇ ਦਰਮਿਆਨ ਉਹਨਾਂ ਨਹੀਂ ਪੁੱਛ ਸਕੇ ਜਦੋਂ ਉਹ ਕੰਮ ਕਰੋ। ਹਾਂ ਮੈਂ ਦੱਸਣਾ ਅਸਲ ਦੇ ਵਿੱਚ ਨਾ ਮੌਲਾਨਾ ਸਨਾਉਲ ਅੰਮ੍ਰਿਤਸਰੀ ਦਾ ਆਪਣਾ ਅਖਬਾਰ ਨਹੀਂ ਸੀ ਉਦੋਂ, ਜਦੋਂ ਮਿਰਜ਼ਾ ਸਾਹਿਬ ਨੇ ਜਾਜ਼ੇ ਅਹਿਮਦੀ ਛਾਪੀ ਹੈ ਨਾ ਉਦੋਂ ਉਹਨਾਂ ਦਾ ਆਪਣਾ ਅਖਬਾਰ ਨਹੀਂ ਸੀ। ਉਹ ਦਾएं बाएं ਕਿਸੇ ਅਖਬਾਰ ਵਕੀਲ ਵਗੈਰਾ ਜਾਂ ਜਿਹੜੇ ਆ ਅਖਬਾਰ ਸਨ ਸ਼ਹਨਾ ਹਿੰਦ ਵਗੈਰਾ ਉਹਨਾਂ 'ਚ ਕੋਈ ਮਜ਼ਮੂਨ ਛਾਪ ਦਿੰਦੇ ਸਨ, लेकिन वो आप उन्होंने को इन्ने सोर्सिज नहीं सन, गरीब घर के बच्चे सन, वालदा फोत हो गई, वालद फोत हो गया, भरा ने पढ़ाया, उत्थे ना रफूगरी का काम करते सन, है जिहड़ा नहीं होंदा दर्जियां वाला काम सिखिया ते नाल पढ़ते सन मदरसे 1899 च उन्हां फरागत दी तली वो कीती है डिग्री हासिल, ते 91 च मिर्ज़ा साहब ने दावा किया है मसीह मऊद होण दा, ते 96 तक मौलाना सनाउल अमृतसरी एडे तरनाट मौलवी बन गए सन कि मिर्ज़ा साहब ने जिहड़ा 200-300 उलमा दा जिक्र किया सी ना कि मेरे नाल मोबाइला कर लो, 11वां नंबर मौलाना सनाउल अमृतसरी का लिखिਆ। 5 साल बाद ही हिंदुस्तान पूरे ਦੇ ਵਿੱਚ ਉਹਨਾਂ ਦਾ ਚਰਚਾ ਹੋ ਗਿਆ ਸੀ, ਲੇਕਿਨ ਆਏ ਤੇ ਗਰੀਬ ਬੰਦੇ, ਉਹਨਾਂ ਕੋਲ ਪੈਸੇ ਤੇ ਨਹੀਂ ਸਨ ਕਿ ਉਹ ਆਪਣੀ ਅਖਬਾਰ ਛਾਪਦੇ, ਆਪਣੀਆਂ ਕਿਤਾਬਾਂ ਛਾਪਦੇ। ਬਾਰਕੈਫ ਉਹਨਾਂ ਦਾ ਰਸਾਲਾ ਜਦੋਂ ਅਹਿਲ ਹਦੀਸ ਅੰਮ੍ਰਿਤਸਰ ਛਪਣਾ ਸ਼ੁਰੂ ਹੋਇਆ ਤੇ ਉਹਨਾਂ ਨੇ ਉਹਦੇ 'ਚ ਕਿਹਾ ਕਿ ਬਈ ਇਹ ਗੱਲ ਜਿਹੜੀ ਤੁਸੀਂ ਕਹਿੰਦੇ ਹੋ ਇਜਾਜ਼ੇ ਅਹਿਮਦੀ 'ਚ ਕਹੀਏ ਕਿ ਮੇਰੀ ਕੋਈ ਦਸਤਖਤ ਦੀ ਤਹਿਰੀਰ ਹੈ, ਕਿੱਥੇ ਦਸਤਖਤ ਦੀ ਤਹਿਰੀਰ, ਕਿਉਂ ਝੂਠ ਬੋਲਣ ਲੱਗੇ ਹੋ? ਜਵਾਬ ਦਿੱਤਾ ਜਿਹੜਾ ਆਜ਼ਮ ਸੈਫੀ ਸਾਹਿਬ ਨੇ ਉਹ ਇਹ ਵੇ कि वो तहरीर होगी किरे और केड़ा संभाल के रखी है तहरीर, सब किरे जाया हो गई होगी, है किहड़ी गल है 4 साल बाद तुसीं तहरीर मंगते पे हो। तो मैं उन्होंने की किया मौलम साहब नूं, सुबह मैं उन्होंने ना मैसेज किया, तुसीं भी सुन लो। इंशाल्लाह उनको प्ले करके बुरा के भी चलाऊंगा, लेकिन मैंने जो सुने जवाब ये थे आपके कि पहला सवाल ये था कि दस्तखती तहरीर मौलाना सनाउल अमृतसरी की कोई थी या मिर्ज़ा साहब ने झूठ बोला? जवाब ये कि कोई होगी, कोई मिर्जा साहब को मिली होगी तो वो संभाल के नहीं रखे जाते इस तरह के इश्तिहारात। पता है ना जिस तरह वो हरामजादे की रस्सी दराज होती है, तो आपके काबरी ने कहा था इस तरह के इश्तिहार संभाल के नहीं रखे जाते, आइंदा याद करना। इस तरह का ये जवाब दिया कि होगी कोई तहरीर,
1906 में जाके इतराज क्यों किया, पहले कर देते। वाह भाई वाह। दूसरा सवाल ये था, क्या मिर्जा साहब ने कभी आखिरी फैसला इश्तिहार को मुबाइला करार दिया? कहते हैं वो उन्होंने तो, उनका तो नहीं दिखा सकते, मैं मौलाना सनाउल्लाह अमृतसरी का दिखाता हूँ। भाई सवाल आपसे किया गया, क्या मिर्जा साहब ने कभी इसको मुबाइला कहा? आप मौलाना सनाउल्लाह अमृतसरी का सवाल करें मुझसे, उन्होंने क्यों मुबाइला इसको करार दिया? उन्होंने खुद इसका जवाब दिया हुआ है फैसला मिर्जा में कि मैंने इसको इल्जामी रंग में कहा है। तीसरा ये है कि क्या मिर्जा साहब किसी को मुबाइले का चैलेंज दे सकते थे या नहीं? जवाब ये दिया कि मेरे इल्म के मुताबिक दे तो नहीं सकते थे, लेकिन किसी के मोबाइल का जवाब दे सकते। भाई मिर्जा साहब किसके मोबाइल का जवाब दे रहे थे? किसने उनको मोबाइल की तहरीर भेजी थी और वो जवाबतन मोबाइला कर रहे थे यहाँ पर आखिरी फैसला इश्तिहार? क्यों झूठ बोल रहे हैं? ये उन्होंने अगर मोबाइल की तहरीर छापी होती तो वो इसको मोबाइला कहते और पर्चा होता उनपे, अदालत की तरफ से पाबंदी थी, वो कर ही नहीं सकते। अदालत उनकी गिरफ्त करती, पकड़ करती उनको। उन्होंने नहीं मोबाइला के तौर पर इसको छापा। बहरहाल चौथा सवाल ये था कि क्या मिर्जा साहब ने कभी इस इश्तिहार को मनसूख या कलअदम समझा? इसका जवाब जो आपने दिया मुझे तो कुछ समझ नहीं आई। गोलमोल सी बात आप करते रहे। कलअदम समझा या नहीं समझा? क्या मिर्जा साहब 19 अप्रैल के मौलाना सनाउल्लाह अमृतसरी के जवाब के बाद इस इश्तिहार को मनसूख या कलअदम समझते थे? ये जवाब दे दे। या उन्होंने कभी इसको मनसूख करार दिया कि अब ये दुआ या ये इश्तिहार ये मनसूख हो गया या कलअदम हो गया? दोबारा दे दें इसका जवाब। पांचवा सवाल ये था कि मौलाना सनाउल्लाह अमृतसरी ने मिर्जा साहब की जिंदगी में इस दुआ का असर मिर्जा साहब पढ़ने का दावा किया? इसका जवाब ने दिया हाँ किया, पर क्यों किया? तो भाई मल्लम साहब इनको जवाब कहते हैं आप? यार इस तरह का जवाब तो हमारा वो मन्ना रेड्डी वाला भी दे लेता है। खुदा का खौफ करो, जो सवाल पूछे उनके जवाब दो सीधे सीधे, हेरा फेरिया ना करो। मौलम साहब मरना है आखिर। ये मैंने उनको मैसेज किया सुबह 2 मिनट 42 सेकंड का। आपके पास किसी के पास इन सवालों के जवाब हैं? ਬਿਲਕੁਲ ਸਾਰੇ ਆਮਰ ਸਾਹਿਬ ਜਵਾਬ ਹੈ ਨੇ। ਇੱਕ ਸੈਕਿੰਡ ਸਰ, 1 ਮਿੰਟ ਦੇਣਾ ਬਸ। ਤੁਸੀਂ ਹੁਣ ਇੱਕ ਗੱਲ ਕਰ ਰਹੇ ਸੀ, ਤੁਸੀਂ ਕਹਿ ਰਹੇ ਸੀ ਕਿ ਜੀ ਉਹ 5 ਸਾਲਾਂ ਦੇ ਵਿੱਚ ਐਡਾ ਤਰਨਾਟੋ ਮੌਲਵੀ ਬਣ ਗਿਆ ਸੀ ਕਿ 11ਵੇਂ ਨੰਬਰ ਤੇ ਮਿਰਜ਼ਾ ਸਾਹਿਬ ਦਾ ਨਾਂ ਲਿਖਿਆ ਨਾ। ਦੇਖੋ ਇੱਕ ਵਾਕਿਆ ਤਾਂ ਜਿਹੜਾ ਤੁਸੀਂ ਪੜ੍ਹ ਰਹੇ ਹੋ ਸੁਣਾ ਰਹੇ ਹੋ 125 ਸਾਲ ਪਹਿਲੇ ਦੇ, ਨਾ ਤੁਸੀਂ ਮੌਜੂਦ ਸੀ ਨਾ ਮੈਂ ਮੌਜੂਦ ਸੀ। ਲੇਕਿਨ ਇੱਕ ਚੀਜ਼ ਤੈਅ ਵੇ ਕਿ ਅੱਜ ਤੁਸੀਂ 125 ਸਾਲ ਬਾਅਦ ਉੱਥੇ ਪਾਕਿਸਤਾਨ 'ਚ ਇੱਧਰ ਉੱਧਰ ਕਿਸੇ ਨੂੰ ਪੁੱਛੋ, ਸਿਵਾਏ ਇਲਾਮਾ ਆਮਨ ਨਜ਼ੀਰ ਦੇ ਕੋਈ ਬੰਦਾ ਨਾਂ ਜਾਣਦਾ ਹੈ ਸਨਾਉल्लाह अमृतसरी ਦਾ? ਨਹੀਂ। ਕਿਸੇ ਬਚਨ ਗਲੀ ਜਾ ਕੇ ਪੁੱਛੋ ਨਾ 12 ਸਾਲ ਦੇ ਬੱਚੇ ਨੂੰ ਐਡੇ ਤਰਨਾਟ ਮੌਲਵੀ ਦੇ ਬਾਰੇ ਕਿ ਯਾਰ ਸਨਾਉल्लाह अमृतसरी ਕੌਣ ਸੀ, ਉਹ ਕਹਿੰਗੇ ਸਾਨੂੰ ਨਹੀਂ ਪਤਾ। ਲੇਕਿਨ ਮਿਰਜ਼ਾ ਸਾਹਿਬ ਦਾ ਪੁੱਛੋਗੇ ਨਾ, ਉਹ ਭਾਵੇਂ ਜਿਸ ਰੰਗ 'ਚ ਵੀ ਕਹੇਗਾ ਜਾਣਦੇ ਜ਼ਰੂਰ ਨੇ। ਇਹੀ ਗੱਲ ਤੈਅ ਹੋਈ ਸੀ ਕਿ ਮੈਂ ਤੇਰੀ ਤਬਲੀਗ को ਜ਼ਮੀਨ के किनारों तक ਪਹੁੰਚਾਊਂਗਾ। ਉਹ ਐਡਾ ਵੱਡਾ ਤਰਨਾਟ ਮੌਲਵੀ ਨੂੰ ਕੋਈ ਜਾਣਦਾ ਨਹੀਂ, ਬੰਦਾ ਉਹਦੇ ਨਾਲ ਦੇ ਹਮਸਾਏ ਨਹੀਂ ਜਾਣਦੇ ਉਹਨੂੰ। ਤੇ ਇਹ ਸਦਾਕਤ ਅੱਲਾਹ ਤਾਲਾ ਕਿ ਮੈਂ ਆਪ ਹੀ ਦੱਸੋ ਕਿ ਤੁਮੇ ਦੇ ਵਾਲ ਨੂੰ ਖਰਬੂਜ਼ੇ ਲੱਗਦੇ ਨੇ? ਨਹੀਂ ਲੱਗਦੇ। ਅਗਰ ਮਿਰਜ਼ਾ ਸਾਹਿਬ ਤੁਮੇ ਸੀ ਤੇ ਖਰਬੂਜ਼ੇ ਕਿਵੇਂ ਲੱਗ ਗਏ? ਕਿ ਉਹ ਮੌਲਵੀ ਜਿਹੜਾ ਜਾਨ ਨਿਸਾਰ ਸੀ ਖਤਮੇ ਨਬੂਵਤ ਦਾ, ਐਡਾ ਵੱਡਾ ਤਰਨਾਟ ਮੌਲਵੀ, ਉਹਨੂੰ ਕੋਈ ਜਾਣਦਾ ਨਹੀਂ ਬੰਦਾ। ਇਹ ਹੁੰਦੀ ਸੱਚਾਈ ਦੀ ਨਿਸ਼ਾਨੀਆਂ। ਜਵਾਬ ਸੁਣ ਲਓ, ਜਵਾਬ ਸੁਣ ਲਓ। ਜਵਾਬ ਦੱਸੋ। ਜੇ ਮੌਲਾਨਾ ਸਨਾਉल्लाह अमृतसरी ने मिर्जा साहब हर कोई अपना दावा किया होवे, अपना सिलसिला पैदा करने की कोशिश की होवे, फिर वो सिलसिला नाबूद हो गया होवे, उन्होंने कोई जानदा ना होवे, उन्होंने दा नाम ना होवे, फिर तो गल बनती तुहाडी करनी। ते जे वो उसे ही सिलसिले दे जिहड़ा नबी अलैहिस्सलातु वस्सलाम ने सिलसिला कायम किया है, जे उसे ही सिलसिले दे एक अदना जे खादम सन और अपने वो हिस्से की शमा रोशन करके गए ने, ते ਉਹਦੇ ਵਾਸਤੇ ਉਹਨਾਂ ਦਾ ਅਲੱਗ ਤੋਂ ਕੋਈ ਸਿਲਸਿਲਾ ਤੇ ਹੋਣਾ ਹੀ ਨਹੀਂ ਚਾਹੀਦਾ ਨਾ। ਉਹਨਾਂ ਦਾ ਅਲੱਗ ਸਿਲਸਿਲਾ ਤੇ ਹੋਣਾ ਹੀ ਨਹੀਂ ਚਾਹੀਦਾ। ਉਹਨਾਂ ਨੂੰ ਸਿਰਫ ਔਰ ਸਿਰਫ ਦੀਨ ਇਸਲਾਮ ਦੇ ਦਿਫਾ ਵਾਸਤੇ ਜਿਹੜਾ ਉਹਨਾਂ ਨੇ ਕਦਮ ਉਠਾਇਆ ਹੈ, ਜੇ ਉਹ ਦੀਨ ਇਸਲਾਮ ਦੇ ਦਿਫਾ 'ਚ ਉਹ ਨਾਕਾਮ ਨੇ ਤੇ ਤਾਂ ਤੇ ਅੱਜ ਤੱਕ ਮਿਰਜ਼ਾਈਆਂ ਦੇ ਮੁਲਕ 56 ਹੋਣੇ ਚਾਹੀਦੇ ਨੇ ਤੇ ਮੁਸਲਮਾਨਾਂ ਦੇ 6 ਹੋਣੇ ਚਾਹੀਦੇ ਨੇ। ਇੱਥੇ ਲਾਤੇ ਨੇ ਸੁਣ ਤੇ ਲੋ ਨਾ, ਇੱਥੇ ਲਾਤੇ ਨੇ ਕਿ ਤੁਹਾਡੇ ਕੋਲ ਤੇ ਇੱਕ ਜ਼ਿਲ੍ਹੇ ਦੀ ਯੂਨੀਅਨ ਕੌਂਸਲ ਦੀ ਇੱਕ ਗਲੀ ਦੀ ਬੀਡੀ ਮੈਂਬਰੀ ਵੀ ਨਹੀਂ ਹੈ। ਤੇ ਮੌਲਾਨਾ ਸਨਾਉल्लाह अमृतसरी जिस सिलसिले ਦੀ ਅਸ਼ਾਤ ਵਾਸਤੇ ਜਾਂ ਜਿਸ ਸਿਲਸਿਲੇ ਦੇ ਦਿਫਾ ਵਾਸਤੇ ਖੜੇ ਹੋਏ ਨੇ, ਉਹਦੇ ਤੇ 56 ਮੁਲਕਾਂ ਦੇ ਵਿੱਚ ਝੰਡੇ ਲੱਗੇ ਨੇ, ਤੇ ਨਾਂ ਤੇ ਉਹਨਾਂ ਦਾ ਹੀ ਹੈ। ਕਹੋ ਝੰਡੇ ਝੂਲਣ ਡਿਆ ਨੇ ਮੁਸਲਮਾਨ ਮੁਲਕਾਂ ਦੇ, ਮਾਸ਼ਾਅੱਲਾ ਨਜ਼ਰ ਆ ਰਹੇ ਨੇ ਸਾਰੇ ਨੂੰ। ਉਹ ਕੋਈ ਗੱਲ ਨਹੀਂ, ਕੋਈ ਗੱਲ ਨਹੀਂ ਗੱਲ। ਅੱਛਾ ਸਵਾਲ ਕੀ ਸੀ ਤੇ ਜਵਾਬ? ਸਵਾਲ ਇਹ ਸੀ ਕਿ ਇਹਨਾਂ 5 ਸਵਾਲਾਂ ਦੇ ਜਵਾਬ ਆਜ਼ਮ ਸੈਫੀ ਨੂੰ ਕੀ ਹੈ?
ਬਿਲਕੁਲ ਜਵਾਬ ਮੌਜੂਦ ਨੇ। ਕੀ ਲੇਕਿਨ ਜਵਾਬ ਮੈਂ ਸਰ ਅਰਜ਼ ਕੀਤੀ ਸੀ ਕਿ ਤੁਸੀਂ ਵੀ ਹੋ ਗਿਆ ਜੇ ਉਹ ਕਰਕੇ ਬਰਾਟਾ ਤੇ ਜਾ ਰਹੇ ਨੇ ਗਲਤ ਹੋ ਰਿਹਾ, ਤੁਸੀਂ ਵੀ ਗਲਤ ਕਰ। ਆਖਰੀ ਨਸ਼ੀਸ ਤੋਂ ਬਾਅਦ ਹੋ ਸਕਦੀ ਗੱਲ, ਅਸੀਂ ਹੁਣ ਜਵਾਬ ਦੱਸ ਦਾਂਗੇ। ਤੁਸੀਂ ਵਿੱਚੋਂ ਜਿਵੇਂ ਉਹਨਾਂ ਨੇ 17 ਮਿੰਟ ਗੱਲ ਕੀਤੀ ਉਹਨਾਂ ਨੇ ਰਾਜਾ ਸਾਹਿਬ ਨੇ, ਤੁਸੀਂ ਵਿੱਚੋਂ ਇੱਕ ਪੁਆਇੰਟ ਫੜ ਲਿਆ ਤਹਿਰੀਰ ਵਾਲਾ, ਠੀਕ ਹੈ। ਅੱਜ ਦੱਸ ਦਾਂਗੇ, ਤੁਸੀਂ ਕੋਈ ਪੁਆਇੰਟ ਵੇਖੋਗੇ, ਉਸ ਦਿਨ ਫੈਸਲਾ ਹੋਣ ਦਿਓ, ਉਸ ਤੋਂ ਬਾਅਦ ਦੱਸਣਾ ਕਿ ਭਾਈ ਜਵਾਬ ਨਹੀਂ ਮਿਲੇ ਨਾ। ਕਿਹੜੇ ਦਿਨ ਫੈਸਲਾ ਹੋਣਾ? ਉਹ ਕਦੇ ਵੀ ਨਹੀਂ ਉਹ ਦਿਨ ਚੜਨਾ। ਉਹ ਦਿਨ ਡੁੱਬਾ ਜਦੋਂ ਘੋੜੀ ਚੜਿਆ ਕੁੱਬਾ, ਉਹ ਦਿਨ ਕਦੇ ਵੀ ਨਹੀਂ ਚੜਨਾ। ਤੁਹਾਡੇ ਤੁਸੀਂ ਆਪ ਮੁਕਾ ਕੇ ਆਏ ਸੀ ਕਿ ਅਗਲੀ ਨਸ਼ਿਸਤ ਵਿੱਚ ਗੱਲ ਕਰਾਂਗੇ। ਹਾਂ ਅਗਲੀ ਨਸ਼ਿਸਤ ਨਹੀਂ ਨਾ, ਉਹਨਾਂ ਟਾਈਮ ਇਹ ਤਾਂ ਹੀ ਦਿੱਤਾ, ਉਹਨਾਂ ਨੇ ਡਾਇਰੀ ਵੇਖ ਕੇ ਦਿਆਂਦੇ। ਇਹ ਵਜ਼ੀਰ ਆਜ਼ਮ ਹੈ, ਡਾਇਰੀ ਵੇਖ ਕੇ ਟਾਈਮ ਦੱਸ ਦੇਣਾ, ਫਲਾਣੀ ਤਰੀਕੇ ਮੁਨਾਜ਼ਰਾ ਕਰਾਂਗੇ। ਯਾਰ ਐਨਾ ਆਪਣੇ ਆਪ ਨੂੰ ਓਵਰ ਐਸਟੀਮੇਟ ਕਰਨਾ। ਅਲੀ ਅਕਬਰ ਸਾਹਿਬ, ਅਸੀਂ ਵੀ ਉੱਥੋਂ ਹੀ ਆਏ ਆ ਪਾਕਿਸਤਾਨ ਨੂੰ। ਉਹ ਜੇ ਤੁਸੀਂ ਆਂਦੇ ਹੋ ਵੀ ਅਸੀਂ ਵੀ ਤੁਹਾਡੇ ਵਾਲੀ ਕਣਕ ਖਾਂਦੇ ਆ, ਸਾਨੂੰ ਵੀ ਇੰਝ ਗੁੱਸਾ ਚੜਦਾ, ਤੁਹਾਨੂੰ ਇੰਨੀ ਅਕਲ ਨਹੀਂ ਆਉਂਦੀ ਕਿ ਬੰਦਾ ਜਿਹੜਾ ਫੇਕ ਆਪਣੀ ਬਣਾ ਰਿਹਾ। ਮਤਲਬ ਮੈਂ ਡਾਇਰੀ ਵੇਖ ਕੇ ਤੇ ਦੱਸਾਂ ਦਾ ਉਹ ਭਾਈ ਮੁਨਾਜ਼ਰਾ ਗੱਲ ਪਿਆ ਹੈ, ਬਾਹਰ ਰੋਲਾ ਪਿਆ, ਤੁਹਾਨੂੰ ਗੱਲਾਂ ਦੇ ਜਵਾਬ ਨਹੀਂ ਆਏ, ਤੁਹਾਡੇ ਆਪਣੇ ਬੰਦੇ ਪੇ ਕਹਿੰਦੇ ਨੇ, ਤੁਸੀਂ ਕਹਿੰਦੇ ਮੈਂ ਡਾਇਰੀ ਵੇਖ ਕੇ ਡੇਟ ਦੱਸਾਂ ਦਾ। ਤੁਹਾਨੂੰ ਪਤਾ ਮੈਨੂੰ ਲੱਗਦਾ ਕਿ ਰੱਖ ਲਓ ਉਸਨੇ ਰੱਖਣਾ ਚਾਹੀਦਾ, ਹੋ ਸਕਦਾ ਉਹਨਾਂ ਦੀ ਕੋਈ ਮਸਰੂਫੀਅਤ ਹੋਵੇ। ਰੱਖ ਲਓ ਅੱਗੇ 5 ਦਿਨ ਦੀ ਡੇਟ ਦਿੱਤੀ ਸੀ। ਇਹ ਜਿਹੜੀ ਹੈ ਨਾ ਮਈ ਦੀ, ਕੋਈ 3-4 ਤਰੀਕ ਨੂੰ ਗੱਲ ਹੋਈ ਸੀ ਤੇ ਇਹਨਾਂ ਆਖਿਆ 29 ਜੂਨ ਨੂੰ ਮੈਂ ਮੁਨਾਜ਼ਰਾ ਕਰਨਾ ਹੈ। 25-26 ਦਿਨ ਪਾਏ ਮੁਨਾਜ਼ਰੇ ਵਾਸਤੇ। ਹੁਣ ਫੇਰ ਆਂਦੇ ਨੇ ਮੈਂ ਡਾਇਰੀ ਦੇ ਕੇ ਦੱਸਾਂ ਕਦੋਂ ਅਗਲਾ ਮੈਂ ਮੁਨਾਜ਼ਰਾ ਕਰਨਾ। ਐਨਾ ਉਹਨਾਂ ਕੋਲ ਟਾਈਮ ਹੈ, ਮੇਰੀ ਗੱਲ ਸੁਣੋ, ਐਨਾ ਉਹਨਾਂ ਕੋਲ ਟਾਈਮ ਹੈ ਕਿ ਕੱਲ ਮੈਂ ਇੱਥੇ ਬਰਾੜ ਤੇ ਐਲਾਨ ਕੀਤਾ ਵੀ ਰਾਜਾ ਤਾਲ ਮਨਾਨ ਸਾਹਿਬ ਜਿਹੜੇ ਨੇ ਨਾ, ਉਹਨਾਂ ਕੋਲੋਂ ਜਵਾਬ ਨਹੀਂ ਬਣ ਪੜਿਆ ਤੇ ਉਹ ਪਹਿਲਾਂ ਸਲੀਮ ਮੀਰ ਨੇ ਕੋਈ ਚੀਕ ਝਾੜਾ ਪਾਇਆ ਤੇ ਅੱਜ ਹੁਣ ਆਜ਼ਮ ਸੈਫੀ ਨੇ ਵਾਅਦਾ ਕੀਤਾ ਕਿ ਮੈਂ ਜਵਾਬ ਦੇਣਾ। ਰਾਜਾ ਤਾਲ ਮਨਾਨ ਸਾਹਿਬ ਆਜ਼ਮ ਸੈਫੀ ਦੇ ਜਵਾਬ ਦੇਣ ਤੋਂ ਪਹਿਲੇ ਉਹਦੇ ਕੋਲ ਜਾ ਕੇ ਬੈਠੇ ਸਨ ਕਿ ਭਾਈ ਦਿਓ ਜਵਾਬ। ਨਹੀਂ ਜਵਾਬ ਨਹੀਂ, ਉਹ ਮਸ਼ਵਰਾ ਤੇ ਕਰਨਾ ਹੁੰਦਾ ਨਾ ਸਾਰਿਆਂ ਨੂੰ ਜਾ ਕੇ। ਤੁਸੀਂ ਵੀ ਤੇ ਕਰਦੇ ਫਿਰਦੇ ਹੋ ਨਾ, ਤੁਸੀਂ ਵੀ ਤੇ ਪੜ੍ਹਦੇ ਫਿਰਦੇ ਹੋ ਸਾਰਾ। ਮੈਂ ਕਿਹਦੇ ਕੋਲ ਗਿਆ ਵਾਂ ਭਾਈ? ਤੁਹਾਡਾ 1 ਮਿੰਟ ਖਤਮ ਨਹੀਂ ਹੋਇਆ, ਇਜਾਜ਼ਤ ਦੇ ਦਿਓ। ਨਹੀਂ ਜੇ ਤੁਹਾਡਾ 1 ਮਿੰਟ ਬਹੁਤ ਲੰਬਾ ਹੈ ਤੇ ਫਿਰ ਕਰ ਲਓ ਤੁਸੀਂ ਗੱਲ। ਅੱਛਾ ਅਮਨ ਨਜ਼ੀਰ ਸਾਹਿਬ, ਵੈਸੇ ਤਾਂ ਮੈਨੂੰ ਕੋਈ ਹੋਰ ਗੱਲ ਤੁਹਾਡੇ ਨਾਲ ਕਰਨੀ ਹੈ ਕਿ ਤੁਹਾਡੇ ਕੋਲ ਟਾਈਮ ਹੋਵੇ ਤੇ ਕਰ ਲਓ ਸਹੀ ਸਾਹਿਬ। ਅੱਛਾ ਮੈਂ ਨਾ ਇਹਦੇ ਬਾਰੇ ਚ ਮਾਲੂਮਾਤ ਲੈਣੀ ਸੀ। ਕੁਝ ਦਿਨਾਂ ਤੋਂ ਕਾਫੀ ਦੇਰ ਤੋਂ ਸਨਾਉਲਾ ਅੰਮ੍ਰਿਤਸਰੀ ਦਾ ਕੀ ਸੀ ਇਹਦਾ ਬੈਕਗ੍ਰਾਉਂਡ? ਮੈਨੂੰ ਨਹੀਂ ਇਸ ਚੀਜ਼ ਦਾ ਇਲਮ ਹੈ। ਇਹ ਕੋਈ ਮੁਬਾਹਲਾ ਹੋਇਆ ਸੀ ਮਿਰਜ਼ਾ ਸਾਹਿਬ ਦਾ ਇਹਨਾਂ ਦੇ ਨਾਲ ਜਾਂ ਕੀ ਸੀ ਮਾਮਲਾ? ਹਾਂਜੀ ਮੈਂ ਤੁਹਾਨੂੰ ਗੱਲ ਦੱਸਣਾ, ਲੇਕਿਨ ਪਲੀਜ਼ ਮੈਨੂੰ ਕਿੰਨੇ ਮਿੰਟ ਦੇ ਦਿਓ, ਮੈਂ ਦੱਸ ਖਲਾਸਾ ਉਹਨੇ। ਮੈਂ ਤਫਸੀਲ ਜਾਨਣਾ ਚਾਹੁੰਦਾ ਹਾਂ, ਤੁਸੀਂ ਤਫਸੀਲ 10 ਮਿੰਟ ਚ ਵੀ ਬਿਆਨ ਕਰ ਦਿਓ, ਮੈਨੂੰ ਕੋਈ ਮਸਲਾ ਨਹੀਂ। ਅਗਰ ਬਾਕੀ ਦੋਸਤ ਜਿਹੜੇ ਨੇ ਮੁਤਾਸਰ ਨਾ ਹੋਣ। ਨਹੀਂ ਕੋਈ ਮੁਤਾਸਰ ਹੋਇਆ ਤਾਂ ਮੈਂ ਉਹਨੂੰ ਮੁਤਾਸਰ ਕਰ ਦਿਆਂਗਾ। ਠੀਕ ਹੋ ਗਿਆ, ਮੈਨੂੰ ਦੱਸੋ ਇਹਦੇ ਬਾਰੇ ਚ ਕੀ ਹੈ, ਮੈਂ ਇਹਦੀ ਸਟੱਡੀ ਕਰਾਂਗਾ ਕਿ ਕੀ ਮਾਮਲਾ ਹੈ। ਅਸਲ ਗੱਲ ਇਹ ਹੈ ਕਿ ਮੌਲਾਨਾ ਸਨਾਉਲਾ ਅੰਮ੍ਰਿਤਸਰੀ ਦੀ ਤੇ ਮਿਰਜ਼ਾ ਸਾਹਿਬ ਦੀ ਆਪਸ ਵਿੱਚ ਐਕਸਚੇਂਜ ਹੁੰਦੀ ਸੀ, ਗੁਫ਼ਤਗੂ। ਯਾਨੀ ਕਿ ਉਹ ਇਹਨਾਂ ਤੇ ਟਾਂਟ ਕਰਦੇ ਸਨ, ਉਹਨਾਂ ਤੇ ਟਾਂਟ ਅਕੀਦੇ ਇੱਕ ਦੂਜੇ ਦੇ ਯਾਨੀ ਕਿ ਗਲਤ ਮਲਤ ਬਿਆਨ ਕਰਦੇ ਸੀ। ਮਿਰਜ਼ਾ ਸਾਹਿਬ ਦਾ ਝੂਠਾ ਦਾਵਾ ਵਗੈਰਾ ਵਗੈਰਾ, ਉਹ ਇਹਨਾਂ ਨੂੰ ਕਹਿੰਦੇ ਸੀ ਕਿ ਮੌਲਵੀ ਜਿਹੜੇ ਨੇ ਉਲਮਾ ਸੂ। ਹੁਣ ਇਹਨਾਂ ਦੇ ਦਰਮਿਆਨ ਗੁਫ਼ਤਗੂ ਤੇ 1896 ਤੋਂ ਪਹਿਲਾਂ ਦੀ ਵੀ ਸ਼ੁਰੂ ਹੋਈ ਹੈ ਨਾ। ਮੌਲਾਨਾ ਸਨਾਉਲਾ ਅੰਮ੍ਰਿਤਸਰੀ 1899 ਚ ਡਿਗਰੀ ਲੈ ਕੇ, ਮੌਲਵੀ ਫਾਜ਼ਲ ਦੀ ਡਿਗਰੀ ਲੈ ਕੇ ਮਦਰਸੇ ਚ ਫਾਰਗ ਹੋਏ ਨੇ ਤੇ ਉਹਦੇ ਬਾਅਦ 1891 ਚ ਮਿਰਜ਼ਾ ਸਾਹਿਬ ਦਾਵਾ ਕੀਤਾ ਹੈ। ਜੋ ਮਿਰਜ਼ਾ ਸਾਹਿਬ ਦਾਵਾ ਕੀਤਾ ਹੈ, ਮੌਲਾਨਾ ਸਨਾਉਲਾ ਅੰਮ੍ਰਿਤਸਰੀ ਉਹਨਾਂ ਦਾ ਰੱਦ ਕਰਨ ਲੱਗ ਪਏ ਨੇ ਕਿ ਬਈ ਇਹ ਝੂਠਾ ਦਾਵਾ ਹੈ, ਇਹਨਾਂ ਨੇ ਇਹ ਕੁਰਾਨ ਹਦੀਸ ਦੇ ਖਿਲਾਫ ਦਾਵਾ ਕੀਤਾ ਵਗੈਰਾ ਵਗੈਰਾ। 1896 ਚ ਮਿਰਜ਼ਾ ਸਾਹਿਬ ਨੇ ਜਾਮਿਆ ਅਤਮ ਕਿਤਾਬ ਲਿਖੀ, ਉਹਦੇ ਚ ਮੁਖਤਲਿਫ ਉਲਮਾ ਨੂੰ ਮੁਬਾਇਲੇ ਦਾ ਚੈਲੰਜ ਦਿੱਤਾ ਹੈ। 11ਵਾਂ ਨੰਬਰ ਮੌਲਾਨਾ ਸਨਾਉਲਾ ਅੰਮ੍ਰਿਤਸਰੀ ਦਾ ਉਸ ਲਿਸਟ ਚ ਲਿਖਿਆ ਜਾ ਕੇ, ਜਾਮਿਆ ਅਤਮ ਕਿਤਾਬ ਖੋਲ ਕੇ ਦੇਖੋ ਕਿ ਬਈ ਤੁਸੀਂ ਮੇਰੇ ਨਾਲ ਆ ਕੇ ਮੁਬਾਇਲਾ ਕਰੋ। ਮੌਲਾਨਾ ਸਨਾਉਲਾ ਅੰਮ੍ਰਿਤਸਰੀ ਨੇ ਖਤ ਲਿਖਿਆ ਕਿ ਮੈਂ ਤੁਹਾਡੇ ਨਾਲ ਮੁਬਾਇਲਾ ਕਰਨ ਨੂੰ ਤਿਆਰ ਹਾਂ, ਲੇਕਿਨ ਸੁਨਨਤ ਦੇ ਮੁਤਾਬਕ। ਸੁਨਨਤ ਦੱਸਦੀ ਹੈ ਕਿ ਅਸੀਂ ਪਹਿਲੇ ਕਰਾਂਗੇ ਮੁਨਾਜ਼ਰਾ, ਇੱਕ ਦੂਜੇ ਉੱਤੇ ਹੁਜਤ ਤਮਾਮ ਕਰਾਂਗੇ। ਤੁਹਾਡੇ ਕੋਲ ਜਿਹੜੇ ਦਲਾਇਲ ਨੇ ਤੁਸੀਂ ਮੈਨੂੰ ਦੇ ਦਿਆ, ਜੇ ਮੇਰੇ ਕੋਲ ਮੈਂ ਤੁਹਾਨੂੰ ਦੇ ਦਿਆਂਗਾ। ਅਸੀਂ ਐਕਸਚੇਂਜ ਕਰਾਂਗੇ ਆਮਣੇ ਸਾਹਮਣੇ ਬਹਿ ਕੇ ਆਪਣੇ ਦਲਾਇਲ, ਔਰ ਉਹਦੇ ਬਾਅਦ ਜਿਸ ਵੇਲੇ ਹੁਜਤ ਤਮਾਮ ਹੋ ਜਾਏਗੀ, ਮੁਨਾਜ਼ਰਾ ਖਤਮ ਹੋਵੇਗਾ, ਅਗਰ ਸਾਡੇ ਦੋਵਾਂ ਚ ਕੋਈ ਵੀ ਦੂਜੇ ਦੇ ਆਮ ਖਿਆਲ ਨਾ ਬਣਿਆ ਤੇ ਫਿਰ ਮੁਬਾਇਲਾ ਕਰ ਲਾਂਗੇ ਉੱਥੇ ਹੀ, ਮੌਕੇ ਦੇ ਉੱਤੇ ਹੀ। ਲੇਕਿਨ ਮੁਬਾਇਲੇ ਤੋਂ ਪਹਿਲਾਂ ਮੁਨਾਜ਼ਰਾ ਹੋਏਗਾ। ਮਿਰਜ਼ਾ ਸਾਹਿਬ ਨੇ ਉਹਦਾ ਜਵਾਬ ਨਹੀਂ ਦਿੱਤਾ, ਜਵਾਬ ਆਪਣੀ ਕਿਤਾਬ ਵਿੱਚ ਦਿੱਤਾ ਤੇ ਮੌਲਾਨਾ ਸਨਾਉਲਾ ਅੰਮ੍ਰਿਤਸਰੀ ਨੂੰ ਬੁਰਾ ਭਲਾ ਉਹਦੇ ਚ ਕਿਹਾ। ਮਿਰਜ਼ਾ ਸਾਹਿਬ ਨੇ ਬਕੌਲ ਮੌਲਾਨਾ ਸਨਾਉਲਾ ਅੰਮ੍ਰਿਤਸਰੀ ਦੇ ਗਾਲਾਂ 'ਚ ਜਵਾਬ ਦਿੱਤਾ। ਚਲੋ ਜੀ ਉਹ ਗੁਜ਼ਰ ਗਈ 1896 ਤੋਂ ਬਾਅਦ। ਉਹਦੇ ਬਾਅਦ ਕੁਝ ਉਲਮਾ ਕਹਿੰਦੇ ਸਨ ਮੌਲਾਨਾ ਸਨਾਉਲਾ ਅੰਮ੍ਰਿਤਸਰੀ ਨੂੰ ਕਿ ਮਿਰਜ਼ਾ ਸਾਹਿਬ ਜੇ ਝੂਠੇ ਨੇ ਤੇ ਤੁਸੀਂ ਉਹਨਾਂ ਨਾਲ ਮੁਬਾਇਲਾ ਕਰੋ। ਉਹਨਾਂ ਕਿਹਾ ਮੈਂ ਮੁਬਾਇਲਾ ਕਰਨ ਨੂੰ ਤਿਆਰ ਹਾਂ, ਮੈਂ ਕਦੋਂ ਮੁਬਾਇਲੇ ਤੋਂ ਦੌੜਿਆ, ਮੈਨੂੰ ਉਹਨਾਂ 96 ਚ ਬੁਲਾਇਆ, ਮੈਂ ਕਿਹਾ ਮੁਬਾਇਲਾ ਕਰਨਾ, ਪਹਿਲਾਂ ਮੁਨਾਜ਼ਰਾ ਕਰ ਲਓ। 1906 ਚ ਕੁਝ ਉਲਮਾ ਨੇ ਖਤ ਲਿਖਿਆ ਤੇ ਇਹਨਾਂ ਨੇ ਇਹ ਜਵਾਬ ਦਿੱਤਾ ਕਿ ਮੈਂ ਉਹ ਮੁਬਾਇਲਾ ਕਰਨ ਨੂੰ ਤਿਆਰ ਹਾਂ ਜਿਹੜਾ ਸੁਨਨਤ ਤੋਂ ਸਾਬਤ ਹੈ। ਮਿਰਜ਼ਾ ਸਾਹਿਬ ਕਹਿੰਦੇ ਨੇ ਕਿ
ਮੈਂ ਇਹ ਫੈਸਲਾ ਇਸ ਤਰੀਕੇ ਨਾਲ ਫੈਸਲਾ ਕਰਨਾ ਚਾਹਨਾ ਸਾਡੇ ਦੋਵਾਂ ਚ ਜਿਹੜਾ ਝੂਠਾ ਹੈ ਉਹ ਸੱਚੇ ਦੀ ਜ਼ਿੰਦਗੀ 'ਚ ਮਾਰ ਜੇ। ਜੇ ਮੈਂ ਝੂਠਾ ਤੇ ਮੈਂ ਮੌਲਾਨਾ ਸਨਾਉਲ ਅੰਮ੍ਰਿਤਸਰੀ ਦੀ ਜ਼ਿੰਦਗੀ 'ਚ ਮਾਰ ਜਾ, ਤੇ ਜੇ ਮੌਲਾਨਾ ਸਨਾਉਲ ਅੰਮ੍ਰਿਤਸਰੀ ਝੂਠੇ ਨੇ ਤਾਂ ਮੇਰੀ ਜ਼ਿੰਦਗੀ 'ਚ ਮਾਰ ਜਾ। ਮੌਲਾਨਾ ਸਨਾਉਲ ਅੰਮ੍ਰਿਤਸਰੀ ਨੇ ਆਖਿਆ ਇਹ ਤਰੀਕਾ ਨਾ ਅੱਲਾ ਨੇ ਕੁਰਾਨ 'ਚ ਦੱਸਿਆ ਨਾ ਨਬੀ ਪਾਕ ਨੇ ਆਪਣੀ ਸੁਨਨਤ 'ਚ ਦੱਸਿਆ। ਕਿਉਂ? ਕਈ ਝੂਠੇ ਸੱਚਿਆਂ ਦੀ ਜ਼ਿੰਦਗੀ 'ਚ ਮਰ ਜਾਂਦੇ ਨੇ, ਕਈ ਸੱਚੇ ਝੂਠਿਆਂ ਦੀ ਜ਼ਿੰਦਗੀ 'ਚ ਫੌਤ ਹੋ ਜਾਂਦੇ ਨੇ। ਨਬੀ ਪਾਕ ਸੱਚਿਆਂ ਦੇ ਸਰਦਾਰ ਸਨ, ਪਹਿਲੇ ਫੌਤ ਹੋ ਗਏ ਨੇ, ਝੂਠਾ ਬਾਅਦ 'ਚ ਮਰਿਆ। ਮੁਸਲਮਾ ਕਜ਼ਾਬ ਵੀ, ਅਸਵਦ ਅਨਸੀ ਵਗੈਰਾ ਬਾਅਦ 'ਚ ਝੂਠਾ ਦਾਅਵੇ ਕਰਨ ਵਾਲੇ ਕਈ ਸਨ, ਉਹ ਬਾਅਦ 'ਚ ਮਰੇ ਨੇ। ਲਿਹਾਜ਼ਾ ਇਹ ਕੋਈ ਅਸੂਲ ਨਹੀਂ ਜਿਹੜਾ ਮਿਰਜ਼ਾ ਸਾਹਿਬ ਪੇਸ਼ ਉਂਝ ਮੁਬਾਇਲਾ ਕਰਨਾ ਮੇਰੇ ਨਾਲ ਕਰ ਲਓ, ਜਦੋਂ ਮਰਜ਼ੀ ਕਰ ਲਓ। ਇਹ ਗੱਲ ਸੀ 1906 ਤੱਕ। 1907 ਵਿੱਚ ਇੰਜ ਹੋਇਆ ਕਿ ਮਿਰਜ਼ਾ ਸਾਹਿਬ ਨੇ ਇੱਕ ਕਿਤਾਬ ਲਿਖੀ ਹੈ ਕਾਦੀਆਨ ਕੇ ਆਰੀਆ ਔਰ ਹਮ। ਉਹਦੇ 'ਚ ਮਿਰਜ਼ਾ ਸਾਹਿਬ ਨੇ ਆਪਣੇ ਕਾਦੀਆਨ ਦੇ ਆਰੀਆ ਨੂੰ ਇਹ ਕਿਹਾ ਕਿ ਤੁਸੀਂ ਜੇ ਕਹਿੰਦੇ ਹੋ ਕਿ ਮੇਰੇ ਕੋਲ ਮਿਰਜ਼ਾ ਸਾਹਿਬ ਦਾ ਕੋਈ ਇਲਹਾਮ ਸੱਚਾ ਹੁੰਦਾ ਸੀ ਨਹੀਂ ਵੇਖਿਆ, ਲਾਲਾ ਸ਼ਰਮਪਤ ਭੀਮ ਉਹ ਜਿਹੜੇ ਨੇ ਮਲਾਵਾ ਮਲ ਵਗੈਰਾ, ਤੇ ਉਹਨਾਂ ਨੇ ਕਿਹਾ ਅਗਰ ਤੁਸੀਂ ਨਹੀਂ ਕੋਈ ਹੁੰਦਾ ਵੇਖਿਆ ਤੇ ਤੁਸੀਂ ਕਸਮ ਚੁੱਕੋ ਕਿ ਤੁਸੀਂ ਮੇਰਾ ਕੋਈ ਇਲਹਾਮ ਸੱਚਾ ਹੁੰਦਾ ਨਹੀਂ ਵੇਖਿਆ। ਤੇ ਨਾਲ ਹੀ ਅਲ ਹਕਮ ਅਖਬਾਰ 'ਚ ਆਖਿਆ ਕਿ ਮੌਲਵੀ ਸਨਾਉਲ ਅੰਮ੍ਰਿਤਸਰੀ ਨੂੰ ਵੀ ਚੈਲੰਜ ਹੈ ਕਿ ਉਹ ਵੀ ਕਸਮ ਚੁੱਕ ਕੇ ਵੇਖੇ ਕਿ ਕਿਆ ਉਹਨਾਂ ਮੇਰੀ ਕੋਈ ਪੇਸ਼ਗੋਈ ਕੋਈ ਇਲਹਾਮ ਸੱਚਾ ਹੁੰਦਾ ਨਹੀਂ ਵੇਖਿਆ। ਕਸਮ ਚੁੱਕ ਕੇ ਤੇ ਨਤੀਜਾ ਵੇਖ ਲਵੇ। ਮੌਲਾਨਾ ਸਨਾਉਲ ਅੰਮ੍ਰਿਤਸਰੀ ਨੇ ਆਖਿਆ ਵੀ ਮੈਂ ਕਸਮ ਚੁੱਕਣ ਨੂੰ ਤਿਆਰ ਹਾਂ ਕਿ ਮੈਂ ਤੁਹਾਡੇ ਸਾਰੇ ਇਲਹਾਮ ਸਾਰੇ ਪੇਸ਼ਗੋਈਆਂ ਸ਼ੈਤਾਨੀ ਮੰਨਣਾ, ਉਹਨਾਂ 'ਚ ਕੋਈ ਵੀ ਸੱਚਾ ਨਹੀਂ ਸੀ ਹੈ, ਸਭ ਸ਼ੈਤਾਨੀ ਸਨ ਤੇ ਇਹ ਤੁਹਾਨੂੰ ਖੁਦਾ ਦੀ ਤਰਫੋਂ ਕੋਈ ਨਹੀਂ ਸੀ, ਬਲਕਿ ਤੁਸੀਂ ਖੁਦਾ ਦੇ ਉੱਤੇ ਇਫਤਰਾ ਕਰ ਰਹੇ ਸੀ। ਮੈਂ ਕਸਮ ਚੁੱਕਣ ਨੂੰ ਤਿਆਰ ਹਾਂ, ਸਿਰਫ ਮੈਨੂੰ ਇੰਨਾ ਦੱਸ ਦਿਓ ਕਿ ਜੇ ਮੈਂ ਕਸਮ ਚੁੱਕ ਦੇਵਾਂ ਤੇ ਕਸਮ ਚੁੱਕਣ ਦੇ ਬਾਅਦ ਮੇਰੇ ਉੱਤੇ ਕੋਈ ਅਜ਼ਾਬ ਕੋਈ ਸਜ਼ਾ ਜਾਂ ਕੋਈ ਤਕਲੀਫ ਨਾ ਆਵੇ ਤੇ ਕਿਆ ਤੁਸੀਂ ਮੰਨ ਲਓਗੇ ਕਿ ਤੁਸੀਂ ਝੂਠੇ ਹੋ, ਤੁਹਾਡੇ ਇਲਹਾਮ ਸਾਰੇ ਸ਼ੈਤਾਨੀ ਮੰਨ ਲਓਗੇ? ਜਾਂ ਮੈਨੂੰ ਦੱਸ ਦਿਓ ਕਿ ਜੇ ਮੇਰੇ ਉੱਤੇ ਸਜ਼ਾ ਆਵੇਗੀ ਤੇ ਕੀ ਆਵੇਗੀ, ਕੋਈ ਉਹਦਾ ਨਤੀਜਾ ਦੱਸ ਦਿਓ। ਤੇ ਆ ਜਾਓ ਜਦੋਂ ਮਰਜ਼ੀ, ਮੈਂ ਕਸਮ ਚੁੱਕਣ ਨੂੰ ਤਿਆਰ ਹਾਂ। ਬਟਾਲੇ ਆ ਜਾਓ, ਲਾਹੌਰ ਆ ਜਾਓ, ਅੰਮ੍ਰਿਤਸਰ ਆ ਜਾਓ, ਕਾਦੀਆਨ ਤੋਂ ਉਹਨਾਂ ਨੇ ਕਿਹਾ ਮੈਂ ਜਾ ਸਕਦਾ ਕਿਉਂਕਿ ਅੱਗੇ ਮੈਂ ਕਾਦੀਆਨ ਗਿਆ ਸੀ 1902 ਚ, ਤੇ ਜੋ ਕੋਈ ਤੁਸੀਂ ਉੱਥੇ ਮੇਰੇ ਨਾਲ ਸਲੂਕ ਕੀਤਾ ਉਹ ਤੁਹਾਨੂੰ ਯਾਦ ਹੀ ਹੈ, 1901 ਦੀ ਗੱਲ ਸੋਰੀ। ਬਹਰਹਾਲ ਇਹ ਕਸਮ ਚੁੱਕਣ ਦਾ ਮੌਲਾਨਾ ਸਨਾਉਲ ਅੰਮ੍ਰਿਤਸਰੀ ਨੇ ਵਾਅਦਾ ਕੀਤਾ ਤੇ ਜਵਾਬ ਇਹ ਲੱਭਾ ਅੱਗੋਂ 29 ਮਾਰਚ ਨੂੰ 1907 ਨੂੰ ਮੌਲਾਨਾ ਸਨਾਉਲ ਅੰਮ੍ਰਿਤਸਰੀ ਨੇ ਕਿਹਾ ਕਿ ਮੈਂ ਕਸਮ ਚੁੱਕਣ ਨੂੰ ਤਿਆਰ ਹਾਂ। ਤੇ 4 ਅਪ੍ਰੈਲ 1907 ਦੇ ਅਲ ਹਕਮ ਅਖਬਾਰ 'ਚ ਜਵਾਬ ਇਹ ਛਪਿਆ कि मौलवी सनाउल अमृतसरी का मोबाइल का चैलेंज कबूल कर लिया गया है। मौलवी साहब ने मोबाइल का चैलेंज जो किया है हजरत साहब ने उसको कबूल कर लिया है, लेकिन हजरत साहब क्योंकि खुदा के नबी और रसूल रऊफ भी होते हैं रहीम भी होते हैं, तो उन्होंने कहा है कि हमारी एक किताब है हकीकतुल वही, जब वो छप जाएगी तो मौलवी सनाउल अमृतसरी के साथ फिर मुबाइला करेंगे। हम एक मोबाइल का इश्तिहार साथ छाप देंगे, हकीकतुल वही छपेगी, उसको पढ़ लें। अगर फिर भी आप हमें झूठा समझते हो तो फिर उसके बाद मुबाइला होगा। मौलाना सनाउल अमृतसरी ने कहा कि कोई खुदा का खौफ करो, मैंने तुम्हें कब मोबाइल का चैलेंज दिया है? तुमने मुझे कसम खाने का खुद कहा, मैंने कहा मैं कसम खाने के लिए तैयार हूँ, जहां मर्जी आ जाओ, अमृतसर आ जाओ जहां पहले सूफी अब्दुल्ला गजनवी के साथ आपने मुबाइला किया जिस जगह, वहां आ जाओ, बटाले आ जाओ, लाहौर आ जाओ, जहां मर्जी आ जाओ, लेकिन मैंने मोबाइल का चैलेंज तो नहीं किया, क्यों झूठ बोलते हो? ये जब मौलाना सनाउल अमृतसरी ने 4 अप्रैल का जवाब दिया है, तो इसके बदले में मिर्जा साहब ने 15 अप्रैल 1907 को एक इश्तिहार छापा है, ये वाला जिस पर हम आज बात कर रहे हैं। वो 15 अप्रैल 1907 के इश्तिहार में मिर्जा साहब ने लिखा हुआ है, खलासा उस इश्तिहार का ये, वैसे तो वो 2-3 सफ़े का इश्तिहार है, कि या अल्लाह तू जानता है कि मैं तेरी तरफ से खुदा नबी और रसूल हूँ और वगैरह वगैरह हूँ, तो ये मौलवी सनाउल अमृतसरी इसने मुझे दूर दूर के मुल्कों में ठग और मुफसद और कज़्ज़ाब मशहूर कर रखा है, मेरी पर ऐसे तोहमतें लगाता है जो चोरों पर भी नहीं लोग लगाते, मुझे बड़ा बदनाम कर दिया, लोगों को रोकता है मेरे पास आने से। या अल्लाह मेरा फैसला कर दे, या अल्लाह मेरा फैसला कर दे, अगर मैं झूठा हूँ मुझे मौलवी सनाउल अमृतसरी की जिंदगी में मार दे, अगर ये झूठा है इसे मेरी जिंदगी में मार दे, या अल्लाह फैसला कर दे, हमारा फैसला कर दे, फैसला कर दे। इश्तिहार छप दिया, ये खुलासा है उसका। वो मैं चंद लफ्जों में मैंने बयान किया, लंबा मैं पढ़ के सुना सकता हूँ। ताउन से हो जाए, ऐसे से हो जाए, लेकिन छुरी या बंदूक की गोली से ना हो, हमारी मौत हो जाए, हम दोनों में से जो झूठा है उसको सच्चे की जिंदगी में मार दे। चलो जी, ये दुआ करके मिर्जा साहब ने इसको कहा कि मौलवी साहब इस इश्तिहार को अपने पर्चे में छाप दें और इसके नीचे जो चाहे लिख दें, अब फैसला खुदा के हाथ में, ये लिखा हुआ है वहां पर नीचे। मौलाना सनाउल अमृतसरी ने छाप दिया और इसके नीचे 7 इतराजात, 7 इसकी गलतियां, इसके अंदर जो मिर्जा साहब ने हेरा फेरियां की थी वो लिखी हैं। कल मुझे पूछ रहे थे मुनाजरे में ताल मनान साहब,
आप बताते क्यों नहीं मौलवी साहब इस इश्तिहार को क्या समझते थे? मैंने कहा मैं बताता हूं। मौलवी साहब इसको मक्कर और फरेब का पलंदा समझते थे, झूठ और धोखे का एक पलंदा समझते थे। मैं बताता हूं इसका जवाब, यही उन्होंने लिखा हुआ उन 7 पॉइंटों में। बहरहाल मौलाना सनाउल अमृतसरी ने 7 पॉइंट्स लगाकर इस पर इतराजात कर दिए। उसके बाद ये 19 अप्रैल को 15 अप्रैल वाले इश्तिहार पर इतराजात करने के बाद दोनों तरफ से खामोशी हो गई। मिर्जा साहब ने और मिर्जा साहब के पैरोकारों ने ज़बानी कलामी इधर उधर मशहूर कर दिया कि अब फैसला खुदा कर देगा, हमने इश्तिहार छाप दिया है, अल्लाह ने हमें इल्हाम भी कर दिया है। जब मौलवी सनाउल अमृतसरी के बारे में गौर किया तो अल्लाह ताला ने मुझे ये इल्हाम किया, उजीब व दावत अद्दाई इज़ा दआन, सूरह बकरा की आयत है कि दुआ मतलब कबूल हो गई है, ये भी इल्हाम हो गया है। मौलवी साहब अपनी जगह लोगों को बता रहे हैं कि यार ये बंदा इस तरह कर रहा है, हेरा फेरियां कर रहा है। मिर्जा साहब अपने मरीदों को मुतमिन कर रहे हैं कि तुसी चुप कर जो, अल्लाह फैसला कर देगा। अब 13 महीने 11 दिन के बाद 26 मई 1908 को मिर्जा साहब फौत हो जाते हैं। तो ये आपके जो जमात के लोग हैं ये उस दिन के बाद कहने लग पड़ते हैं, उस दिन के बाद भी नहीं, कई महीनों के बाद, बल्कि चंद एक सालों के बाद इनको जवाब समझ आया है, जवाब सूझा है कि अब ये जवाब दें। कहते हैं असल बात यह है कि हजरत साहब ने मोबाइल की तहरीर छापी थी, वो मौलवी सनाउल अमृतसरी ने कबूल ना की, तो इस वजह से हजरत साहब की मौत आ गई। 13 महीने 11 दिन के बाद हजरत साहब फौत हो गए हैं, लेकिन इस इश्तिहार की वजह से नहीं फौत हुए। हम कहते हैं कि इस इश्तिहार की वजह से फौत हुए हैं। ये मुबाइला नहीं था। मौलाना सनाउल अमृतसरी के लिए उन्होंने एक दुआ मांगी थी अल्लाह से, ऐसे ही जैसे अबू जहल ने दुआ मांगी थी मक्का से निकलते हुए बदर के दिन कि या अल्लाह मेरा फैसला कर दे, अगर मैं झूठा हूं मुझे मोहम्मद रसूलुल्लाह सल्लल्लाहु अलैहि वसल्लम के हाथों आज कत्ल करवा दे। अल्लाह ताला ने कत्ल करवा दिया। ऐसे ही मिर्जा साहब ने 15 अप्रैल 1907 को दुआ मांगी, या अल्लाह अगर मैं झूठा हूं, मेरा ये दावा मसीह मौद होने का महज मेरे नफ्स का इफ्तरा है, तो या अल्लाह मुझे मौलवी सनाउल अमृतसरी की जिंदगी में मार दे और उनको खुश कर दे। ऐसा ही हुआ। 13 महीने 11 दिन के बाद मिर्जा साहब फौत हो गए। लेकिन अब ये कहते हैं ये मुबाइला था। मैंने कहा इस इश्तिहार में लफ्ज मिर्जा साहब ने मुबाइला नहीं लिखा, इसको 13 महीनों में कभी मुबाइला करार नहीं दिया। आप क्यों इसको मुबाइला कहते हैं? कहते हैं नहीं, मालूम होता है कि ये मुबाइला था, लगता है कि उन्होंने मुबाइला की। भाई मिर्जा साहब ने इसको मुबाइला नहीं कहा। 2 सफ़े का इश्तिहार है, मैं पढ़ के सुना सकता हूँ हरफ बरफ, इसमें मुबाइला लफ्ज ही नहीं है। इसके बाद 13 महीने 11 दिन तक मिर्जा साहब जिंदा रहे, उन्होंने इसको मुबाइला नहीं कहा। एक दुआ का इश्तिहार है कि या अल्लाह हमारा फैसला कर दे। अब फैसला होने के बाद अगर आप इस पर ये पंचर लगाएं कि ये मुबाइला था, चलो जी मान लिया जी मिर्जा साहब ने इसको मुबाइला समझ के छापा था, बकौल आपके 1 मिनट के लिए बफर्ज महाल मैं मानता हूं अगर ये मुबाइला था, तो क्या मिर्जा साहब ने इसको मुस्तरद मान लिया कि मौलवी सनाउल अमृतसरी ने इस पर इतराजात कर दिए हैं, दुआ मनसूख हो गई है? ये मोबाइल का इश्तिहार, यही मैंने लिखा हुआ है सवाल नंबर 4। क्या मिर्जा साहब ने कभी इस इश्तिहार को मनसूख या कालअदम समझा या करार दिया? 13 महीने 11 दिन में कभी करार दिया? नहीं दिया। हत्ता कि मिर्जा साहब का बेटा फौत हुआ 16 सितंबर को, इस इश्तिहार के छापने के ठीक 5 महीने बाद। जब बेटा फौत हुआ तो मौलाना सनाउल अमृतसरी ने कहा, लो जी जो आपने इश्तिहार छापा था ना उसका नतीजा आ गया है। आपने कहा था या अल्लाह हम दोनों में से जो झूठा है उसे सच्चे की जिंदगी में या मौत दे दे या मौत जैसी कोई उस पर मुसीबत नाजिल कर। ये मौत जैसी मुसीबत आप पर नाजिल हो गई। आपका बेटा शादी के 16वें दिन मर गया है। मुबारक अहमद की 8 साल उम्र थी, मिर्जा साहब ने उसकी शादी की, 16वें दिन वो बच्चा फौत हो गया। मौलाना सनाउल अमृतसरी ने कहा नतीजा आ गया उस इश्तिहार का जो आपने छापा था। फिर तो मिर्जा साहब को कहना चाहिए था ना कि वो तो मनसूख हो चुका है, तुम्हारे मुस्तरद कर देने की वजह से, तुम्हारे इतराजात कर देने की वजह से वो तो मुस्तरद हो गया है, वो तो मनसूख हो चुका है। किस मुंह से कहते हो कि ये उस इश्तिहार का नतीजा मेरे बेटे का फौत होना? फिर भी नहीं मिर्जा साहब बोले। अक्टूबर में जुलाई में मौलाना सनाउल अमृतसरी के बाजू में बड़ा शदीद दर्द हुआ। मौलाना अमृतसरी अमृतसर में रहते थे। अमृतसर के मिर्जाई मिर्जा साहब के मुरीद मौलाना सनाउल अमृतसरी के घर के दीवारों के साथ आके कान लगा के सुन रहे थे। हमसायों ने देख लिया, हमसायों ने आके बताया कि कल रात को हमने देखा कुछ लोग आपके मकान की दीवार के साथ कान लगाकर सुनने की कोशिश कर रहे थे कि अंदर से आवाज आएगी
کہ مولانا ثناءاللہ امرتسری فوت ہو گئے, ان کی بیوی روئے گی, بچے روئیں گے, تو ہم پھیلا دیں گے شہر میں کہ مر گئے ہیں مرزا صاحب کے اشتہار کی وجہ سے. پھر ایک خط آیا, آخری بات, ایک خط آیا ہے میاں والی سے, ایک ماسٹر ہے, میں کہتا ہوں امرتسر سے لے کر میاں والی تک پورے ہندوستان میں اس اشتہار کا چرچا ہے کہ مرزا صاحب نے اشتہار چھاپا ہے, یا اللہ فیصلہ کر دے. میاں والی کا ایک ماسٹر ہے, وہ کہتا ہے حضرت مولانا ثناءاللہ امرتسری صاحب, میں آپ کا رسالہ پڑھتا ہوں, آپ دین کے دائی ہیں, بڑے اچھے عالم دین ہیں, اللہ آپ کو جزائے خیر دے. جس طرح ہمارے ساتھ یہاں ٹک ٹاک پہ نہیں لوگ محبت کا اظہار کرتے ہیں, ایسے اس نے محبت کا اظہار کیا اور کہا میں نے سنا ہے کہ مرزا صاحب نے آپ کے ساتھ کوئی مباہلہ کیا ہے, کوئی اشتہار چھاپا ہے, اس میں کوئی اس طرح کی تحریر لکھی ہوئی ہے کہ یا اللہ اگر میں جھوٹا ہوں مجھے مار دے, وہ جھوٹا ہے تو اسے مار دے. تو مولانا میں آپ کا بڑا فین ہوں یا آپ کا بڑا معتقد ہوں, میری دعا ہے اللہ آپ کو زندگی دے, سلامت رکھے, ان کے مکر اور فریب سے بھی بچ کے رہنا, یہ آپ کو کوئی زہر نہ دے دیں یا چھری نہ مروا دیں یا کوئی بندہ آپ پر قاتلانہ حملہ نہ کر دے. یہ بڑے مطلب بدبخت لوگ ہیں اور بڑے ظالم لوگ ہیں, پہلے لیکرام کا قتل ہو گیا وغیرہ وغیرہ. اس نے اس طرح کا خط لکھا. جس ماسٹر نے خط لکھا اسی ماسٹر کے اوپر ہیڈ ماسٹر تھا, وہ مرزائی تھا, اس نے یہ خط پڑھا, رسالہ اہل حدیث امرتسر میں چھپا ہوا, اس نے اس خط کا جواب اپنے اخبار میں چھپوایا, البدر میں. البدر میں وہ خط چھپا ہوا ہے, وہ بھی میں نے یہاں مناظرے کے دوران پڑھ کے سنایا ہے راجہ تعال منان صاحب. اس ہیڈ ماسٹر نے کہا کہ میں نے مباہلہ نہیں کہا, یہ ماسٹر جھوٹ بول رہا ہے کہ میں نے اس کو کہا ہے کہ مباہلہ کیا. مباہلہ تو کر ہی نہیں سکتا مولوی ثناءاللہ امرتسری, مرزا صاحب کے سامنے آ ہی نہیں سکتا, اس کی کیا ضرورت ہے مرزا صاحب سے مباہلہ کرے. حضرت صاحب نے صرف ایک دعائیہ اشتہار چھاپا, دعا کی ہے اللہ سے, مباہلہ نہیں ہے, یہ مباہلہ نہیں ہے, یہ دعا کی ہے اللہ تعالیٰ سے. یہ بھی میں نے پڑھ کے سنایا. مرزا صاحب کے اخبار میں, مرزا صاحب کی زندگی میں چھپا ہوا ہے کہ یہ مباہلہ نہیں ہے. پھر خود ایڈیٹر جو البدر کا ہے مفتی صادق, اس نے لکھا ہوا ہے, جب مولانا ثناءاللہ امرتسری نے پوچھا کہ بھئی حقیقت الوحی کتاب آپ کہتے تھے کہ چھپ جائے گی تو بعد میں مباہلہ کریں, کہاں ہے وہ حقیقت الوحی کتاب. انہوں نے خط لکھا, رجسٹری کر کے نا بھیجتے تھے خط اس زمانے میں, تاکہ ڈاکیے سے وہ جواب واپس آئے کہ آپ کا خط وصول ہو گیا. کہتے ہیں رجسٹرڈ خط وصول ہوا ہے مولوی صاحب کا, تو مولوی صاحب آپ کو حقیقت الوحی اس لیے نہیں بھیجی ہم نے, حقیقت الوحی بھیجنی تھی مباہلہ کرنے کے لیے. جب ہم نے کہا تھا کہ مولوی صاحب کا مباہلے کا چیلنج قبول ہو گیا ہے, حضرت صاحب نے مباہلہ کرنا قبول کر لیا ہے, اس کا چیلنج قبول کر لیا, لیکن حقیقت الوحی پہلے پڑھو پھر مباہلہ کریں گے. لیکن کہتے ہیں کیونکہ شرائط ساری وہ منسوخ ہو گئی ہیں, کیونکہ مباہلہ تو ہو نہیں سکا. اب حضرت صاحب کے دل میں اللہ تعالیٰ نے مشیت ایزدی سے یہ تحریک کی ہے کہ وہ اللہ تعالیٰ سے دعا کریں. انہوں نے دعا کا اشتہار چھاپ دیا, مباہلہ نہیں ہو سکا. ہمارے اور آپ کے درمیان مباہلہ نہیں ہوا, نہیں ہو سکا. اب دعا کی ہے, اللہ فیصلہ کر دے گا. اب بتائیں, اس کو مباہلہ کہنا, جس کو وہ صاف کہہ رہے ہیں کہ مباہلہ نہیں ہے, نہیں ہے, نہیں ہے, یہ ایک دعا کی ہے اللہ سے. یہ کہتے ہیں نہیں, یہ مباہلے کی تحریر تھی, مولوی ثناءاللہ امرتسری نے قبول نہیں کی, اس وجہ سے منسوخ ہوگی. بھائی منسوخ ہوگی تو وہ تو تانے دے رہے ہیں ستمبر اکتوبر میں مبارک احمد کے مرنے پر کہ منسوخ اگر ہو گئی تھی تو کہتے ہیں نا منسوخ ہو گئی ہے, کس منہ سے تانا دے رہے ہو مجھے. تو بارکیف آخری بات یہ ہے کہ یہ 13 مہینے 11 دن کے بعد اس اشتہار کا نتیجہ آیا اور مرزا صاحب 26 مئی 1908 کو فوت ہو گئے. ہم کہتے ہیں کہ مرزا صاحب کے اس اشتہار کا یہ رزلٹ ہے جو مرزا صاحب کی موت 26 مئی 1908 کو آئی ہے, لیکن انہوں نے اللہ تعالیٰ کا فیصلہ, آسمانی فیصلہ قبول کرنے سے انکار کر دیا ہے. بالکل یہ ایسے ہی فیصلہ تھا جس طرح سورہ انفال میں ابو جہل کے اس دعا کا ذکر اللہ تعالیٰ نے کیا نا, اور کہا ان تستفتحوا فقد جاءکم الفتح. لو بھائی ابو جہل تم کرتے تھے نا دعا خانہ کعبہ کی کنڈی پکڑ کر کہ لو یا اللہ میرا فیصلہ کر دو, اگر میں جھوٹا ہوں مجھے نبی پاک کے ہاتھوں قتل کروا دو. فقد جاءکم الفتح, یہ رہا ہمارا فیصلہ. اللہ تعالیٰ نے جو سورہ انفال میں کہا, اگر قرآن نازل ہو رہا ہوتا, میں قسم کھا کے کہتا ہوں آج بھی یہی آیت نازل ہوتی کہ تم استفتاء کر رہے تھے نا 15 اپریل 1907 کو, یہ رہا ہمارا فیصلہ 26 مئی 1908 کو. اور مرزا صاحب اس فیصلے کے نتیجے میں فوت ہو چکے ہیں, لیکن یہ لوگ مانتے اس لیے نہیں کہ اس میں تو صاف لکھا ہوا ہے مرزا صاحب نے کہ اگر میرا یہ دعویٰ مسیح موعود ہونے کا محض میرے نفس کا افتراء ہے, مجھے مولوی ثناءاللہ امرتسری کی زندگی میں مار دے. صاف لکھا ہوا ہے, فیصلہ آیا ہے, مرزا صاحب مر گئے ہیں, اب یہ ماننے کے لیے تیار. انہوں نے ماننا ہے مسیح موعود,
इसलिए उस पर पंचर लगाते हैं और कहते हैं नहीं नहीं वो मोबाइल की तहरीर थी, नहीं नहीं वो मौलवी सनाउल्लाह ने कबूल ना की। ये सब पंचर है। हकीकत यही है कि ये एक दुआया इश्तिहार था। मिर्जा साहब ने दुआ मांगी, अल्लाह ताला ने उसका फैसला करके भेज दिया 13 महीने 11 दिन के बाद। आपने मानना है माने, नहीं मानना ना माने, लेकिन अल्लाह ताला कल क़यामत के दिन आपको जरूर पूछेगा कि तुमने देखा नहीं उस बंदे ने अल्लाह कहा था कि अगर मैं झूठा हूं मुझे मौलवी सनाउल्लाह अमृतसरी की जिंदगी में मार दे। मैंने उसको 13 महीने 11 दिन बाद मार दिया। मौलाना सनाउल्लाह अमृतसरी उसके बाद 40 साल तक जिंदा रहे और यहां सरगोदा में आके मार्च 1948 में फौत हुए। मिर्जा साहब 1908 में फौत हुए। 40 साल तक बाद में मौलाना सनाउल्लाह अमृतसरी जिंदा रहे। तो कल क़यामत के दिन ये लोग क्या मुंह दिखाएंगे अल्लाह ताला को, जब अल्लाह ताला कहेगा भाई फैसला भी तुम्हारे सामने आया, दुआ भी उसने की, क्यों उसको मसीह मौत मानते रहे तुम। ये है जी पूरी बात। जी लुकमान साहब। अच्छा, तो ये जो जमात कहती है कि नहीं, ये क्या रीज़न पेश करते हैं? कुछ तो आपने बताया ना कि एक तो बताया ना कि वो मुबाहला नहीं था। अगर वो मुबाहला नहीं भी था तो कम से कम दुआ तो थी ना, तो दुआ भी एक तरह की मदद ही होती है अल्लाह से। हाँ, तो जब उन्होंने दुआ की है तो वो उसके बावजूद उनकी डेथ हो गया, तो फिर जमात क्या कहती है इसके जवाब में? मैं अर्ज करता हूँ कि जमात वो ने ये इस तो पर कहते हैं कि जब दूसरी तरफ से कबूल किया ही नहीं गया, मसलन मौलाना साहब जो थे आपके सनाउल्लाह साहब, उन्होंने जब कबूल ही नहीं किया उस मुबाहले को या उस दुआ को जब एक्सेप्ट ही नहीं किया, तो फिर मिर्जा साहब की वफात की पहले हो जाए या बाद में हो, जिससे क्या फर्क पड़ता हाँ, है? एक तो ये इतराज करते हैं कि उन्होंने इसको कबूल नहीं किया। भाई मिर्जा साहब ने उस इश्तिहार के नीचे लिखा हुआ है कि बिल आखिर मौलवी साहब से इल्तमास है कि वो इस इश्तिहार को अपने पर्चा अहलदीस अमृतसर में छाप दें और जो चाहे इसके नीचे लिख दें। अब फैसला खुदा के हाथ में है। अब बताएं मौलवी सनाउल्लाह अमृतसरी इसको कबूल करें या मुस्तरद करें, क्या फर्क पड़ता है? फर्क तो मेरे नजदीक पड़ता है ना कि अगला बंदा तैयार ही ना हो। नहीं, अगले बंदे को तैयार करना या अगले बंदे को कहना कि तुम भी इस तरह की दुआ करोगे तो हमारा फैसला होगा, ये तो अगला शख्स मुकाबला कर ही नहीं रहा, जब अगला शख्स खामोश हो जाता है। ये मुकाबले का इश्तिहार ही ना सही साहब। नहीं, मुकाबले से मुराद ये है कि मसलन जैद अगर कहे कि मैं दुआ करता हूँ कि बकर जो है झूठा है, अगर ये झूठा है तो मैं इसकी ज़िंदगी में वफात पा जाऊँ, अगर मैं सच्चा हूँ तो ये मेरी ज़िंदगी में। लेकिन जो बकर है वो आगे से मुकाबला ही ना करे, वो कहे जी मुझे इससे कोई गर्ज नहीं है, मैं इस मामले से बिजी इस मामले से बिल्कुल हटके हूँ। साई साहब बकर तो आपके साथ 1891 से लेकर 1907 तक 16 साल हो गए आपके साथ मुकाबला कर रहा है, लेकिन ये आपने बकर को तो मुखातब नहीं किया, आपने तो अल्लाह को मुखातब किया है और अल्लाह को पुकार के कहा है या अल्लाह तू मेरा और बकर का फैसला कर दे, अगर ये झूठा है इसे मेरी जिंदगी में मार दे, अगर मैं झूठा हूं मुझे इसकी जिंदगी में मार दे। अच्छा चले, ये बात मान लेते हैं, ये बात ठीक है। अब जब जैद ने कह दिया कि बकर झूठा है तो उसे अल्लाह मेरे और इसके दरमियान फैसला कर दे, तो क्या ये बात जायज नहीं कि फिर अल्लाह पर ही छोड़ दें, अल्लाह इधर फैसला करे या बरज़ख में फैसला करे या क़यामत में फैसला करे? तो जब आपने ये कह दिया, जब जैद ने ये कह दिया कि अल्लाह तू फैसला कर, तो फिर वो अल्लाह पर छोड़ दें, मतलब ये क्या है? फिर अल्लाह जो भी फैसला करे वो ठीक है। बिल्कुल ठीक है, यही हम कह रहे हैं। वैसे तो हशर के दिन होगा मालूम के जीता कौन और हारा कौन। हम ये कह रहे हैं आज की तारीख में जो इल्म हम तक पहुंचा है उसकी बिना पर कह रहे हैं कि मिर्जा साहब इस इश्तिहार के मुताबिक अपना झूठा होना, अपने दावे का झूठा होना वो लिख कर दे गए हैं लोगों को कि मेरा ये दावा महज मेरे नफ्स का इफ्तरा है। अब क़यामत के दिन ही फैसला होगा। हम आपको झूठा इसलिए कहते हैं क्योंकि ये आपके सामने तहरीर पड़ी हुई है कि मेरे नफ्स का अगर इफ्तरा है तो मुझे इसकी जिंदगी में मार दे। फैसला तो हमने तो अपने इल्म की बिना पर आज की तारीख में दुनिया के लिए करना है ना। हम क़यामत का फैसला थोड़ी कर रहे हैं कि क़यामत के दिन हम कोई माज़ अल्लाह वहाँ होंगे। फैसल तो अल्लाह की ज़ात है। आज की दुनिया में अपने इल्म की बिना पर हम ये कहते हैं कि मिर्ज़ा साहब का दावा उनका नफ्स का इफ्तरा था, क्योंकि उन्होंने खुद कहा है या अल्लाह अगर ये मेरे महज नफ्स का इफ्तरा है तो मुझे मौलवी सनाउल्लाह अमृतसरी की ज़िंदगी में मार दे। लेकिन उसमें उन्होंने ये भी शर्त रखी है कि अगर मौलाना साहब उसको एक्सेप्ट करें तो, क्योंकि ये मेरे नजदीक ये वैलिड बात है, बहुत अच्छी बात। अगर उन्होंने ये शर्त रखी हो कि अगर मौलवी साहब भी इसको कबूल करें तो या अल्लाह तू मेरी दुआ कबूल करना, अगर ये शर्त इस तरह की हो फिर तो जेन्युइन बात है कि मौलाना सनाउल्लाह अमृतसरी ने इस पर इतने इतराज़ात किए हैं तो फिर तो नहीं होना चाहिए। लेकिन उन्होंने इसको बिला मशरूत छापा है
اور صرف اللہ تعالیٰ کو مخاطب کر کے کہا ہے یا اللہ تو میرا فیصلہ کر دے، اور ان کو کہا ہے، مولانا ثناء اللہ امرتسری کو کہا ہے اب اس کے نیچے جو چاہے لکھ دو، فیصلہ خدا کے ہاتھ میں۔ یہ لکھے ہوئے الفاظ اچھا اشتہار کے نیچے۔ اچھا، مجھے نا تھوڑا سا حوالہ دے دیں گے کہ مرزا صاحب نے اس معاملے کا ذکر کہاں پہ کیا، کون سی کتاب ہے یہ؟ آپ ان کا مجموعہ اشتہارات کھولیں، آخری سال کی جو جلد ہے نا، یعنی اگر تیسری جلد ہے تو آخری جلد کھولیں، 1907 کا 15 اپریل کا اشتہار، ہر اشتہار کے نیچے ڈیٹ لکھی ہوئی ہے، 15 اپریل کا اشتہار کھولیں گے، اس کے نیچے ڈیٹ لکھی ہوگی، اس کے اوپر موٹی سرخی ہوگی مولوی ثناء اللہ امرتسری سے آخری فیصلہ اشتہار، اس طرح کے کوئی الفاظ لکھیں گے۔ یہ مجموعہ اشتہار جلد نمبر 3 کہہ رہے ہیں نا آپ؟ اگر وہاں پر جلدیں ہیں تو آخری جلد میں ہوگا یقیناً۔ ہاں جی جی میں دیکھتا ہوں۔ ہاں جی، السلام علیکم مفتی صاحب۔ وعلیکم السلام کیا حال ہے مفتی صاحب، خیریت؟ جی، اللہ کا شکر ہے۔ گلے پہ گیا انہاں دے آخری فیصلہ۔ اچھا ایک منٹ آمن نذیر صاحب، ایک سیکنڈ، اگر کسی نے کوئی ایسی، میں آپ سے بات کرتا ہوں جب بھی آپ آتے ہیں، میں بڑی رسپیکٹ سے آپ سے بات کرتا ہوں، آپ بھی بڑی عزت کرتے ہیں، آپ بھی بڑے اچھے آدمی ہیں، بڑی عزت کرتے ہیں، میں نے آپ کو کبھی گالیاں نکالتے ہوئے نہیں دیکھا، اگر کسی نے کوئی ایسی زبان استعمال کی تو میں نے نیچے چلے جانا ہے، میں پہلے بتا رہا ہوں۔ ٹھیک 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 سب نہیں، کوئی بندہ نہیں ایسی استعمال کرتا، بے فکر ہے۔ ضیاء بھائی موجود ہیں آپ؟ یہ عمر بھائی ادھر۔ ہاں جی، یہ اعظم سیفی نے جو کل جواب دیے اس پر وہ سنائیں گے، آپ کے پاس ہیں؟ ابو بکر بھائی نے اور بابر بھائی نے اپلوڈ کیے ہوئے ہیں، وہ میں نے ابو بکر بھائی نے، بابر بھائی نے کیے ہیں اپلوڈ، میں سنا دیتا ہوں۔ کیے ہوئے ہیں، وہ کہہ رہے ہیں، میں نے سویرے آڈیو کی ہے اعظم سیفی کو کہ بھئی یہ جو آپ نے جواب دیے یہ تو منا ریڈی والا بھی ہمارا دے سکتا ہے۔ شرم نہیں آتی جواب دیتے ہوئے، کہتا ہے جی وہ یہ عمر بھائی لگانا ہے تو میں لگا دیتا ہوں۔ لگا دیں، پلے کریں، ذرا سنائیں سب۔ آخری فیصلہ ثناء اللہ امرتسری صاحب کو پیش کیا، اور ثناء اللہ امرتسری صاحب کو کہا کہ اس کے نیچے تم نے جو لکھنا ہے لکھ دو۔ تو مراد اس سے یہ نہیں تھی کہ جی تم منع بھی کر دو گے تو بھی یہ قائم اور دائم رہے گا معاملہ، تو بھی اسی صورت میں فیصلہ ہونا ہے جس صورت کو اس میں بیان کیا گیا ہے، بلکہ منشا آپ کی یہ تھی کہ بھئی آپ نے اقرار کرنا ہے اقرار کریں، انکار کرنا ہے انکار کریں، سزا کوئی تجویز کرنی ہے سزا تجویز کرنے اپنے لیے، جو تم نے لکھنا ہے وہ اس کے نیچے لکھ دو۔ اس اشتہار کا جو مقصد ہے وہ حق اور باطل میں فیصلہ ہے۔ رکیں ذرا، یہ جو منشا اور مراد اعظم سیفی نکال رہا ہے اس میں سے، یہ منشا اور مراد کبھی مرزا صاحب نے بیان کی ہے؟ اگر یہ منشا اور مراد مرزا صاحب کی تحریر سے دکھا دیں، میں منہ مانگا انعام دوں گا اعظم سیفی کو۔ کبھی مرزا صاحب نے یہ منشا اور مراد نہیں پیش کی جو اعظم سیفی پہ، یہ اپنے پاس سے کر رہا ہے۔ کیوں؟ کیونکہ مرزا صاحب فوت ہو گئے نا، تو اب کوئی نہ کوئی تو نکالنا ہے، اپنے پاس سے منشا کڑنی ہے۔ مرزا صاحب کی منشا یہ تھی، مراد یہ تھی کہ تم یہ کرو، کریں پلے۔ ثناء اللہ امرتسری صاحب نے جب یہ بات لکھی گھبرا کر کہ یہ جو طریقہ فیصلہ اختیار کیا جا رہا ہے یہ مجھے منظور نہیں ہے، یعنی اس کا مطلب یہ ہوا کہ حضرت مسیح موعود علیہ السلام نے جو چیلنج کے لیے ان کو بلایا اس سے یہ دوڑ گئے، تو حق اور باطل میں فیصلہ ہو گیا۔ دنیا نے دیکھ لیا کہ ثناء اللہ امرتسری صاحب جو تھے وہ دوڑ گئے وہاں سے، انہوں نے کہہ دیا کہ بھئی منظور ہی نہیں ہے مجھے، ٹھیک ہے۔ تو جو مقصد تھا اس کا اشتہار کا وہ سب نے اس وقت دیکھ لیا۔ اچھا، یہ جو بھی راجہ عطاء المنان بھائی نے بات کہی ہے کہ ثناء اللہ امرتسری صاحب نے کہا ہے کہ جی وہ فی طغیانہم یعمہون کے جو اس طرح کے کاذب ہوتے ہیں ان کو تو اللہ تعالیٰ لمبی عمر دیتا ہے، ہاں وہ لمبی عمر دیتا ہے، لیکن جب مباہلے کے نتیجے میں وہ سامنے آتے ہیں پھر خدا تعالیٰ ان کو غرق کر دیتا ہے، پھر نہیں خدا تعالیٰ ان کو لمبی عمر دیتا۔ کیوں؟ وہاں صادق کا صدق اور کاذب کا کذب ظاہر کرنا مقصود ہوتا ہے۔ حضرت مسیح موعود علیہ السلام کو ثناء اللہ امرتسری جو مفتری سمجھتا تھا، روکنا ذرا، یہ جو کہہ رہے اعظم سیفی کہ جب وہ صادق کے سامنے آتے ہیں، یعنی جب مباہلہ کرتے ہیں تو پھر کیا ہوتا ہے؟ پھر اللہ تعالیٰ ان کو تباہ کر دیتا ہے، ختم کر دیتا ہے۔ ہاں بھائی بتاؤ ذرا، صوفی عبداللہ غزنوی مرزا صاحب کے سامنے آئے تھے کہ نہیں؟ مئی 1893 میں آمنے سامنے بیٹھ کے مباہلہ کیا تھا کہ نہیں کیا تھا؟ امرتسر میں عیدگاہ کے پاس چھوٹی سی مسجد ہے،
वहाँ पर मुबाहला किया था कि नहीं किया था? कौन सा बंदा पहले मरा था इन दोनों में से? मिर्जा साहब में से और सूफी अब्दुल हक गजनवी में से कौन बंदा पहले फोत हुआ था? ये एक ही मुबाहला जिंदगी में मिर्जा साहब ने किया। मैं आज आपको बता दूं कि मिर्जा साहब ने सिर्फ जिंदगी में एक ही मुबाहला किया है, और वो वाला मुबाहला है जो सूफी अब्दुल हक गजनवी के साथ 1893 में अमृतसर में बैठ के किया था। उस मुबाहले के नतीजे में मौलवी अब्दुल हक गजनवी साहब रहमहुल्लाह वो 1916 में फोत हुए। मिर्जा साहब के फोत होने के 8 साल बाद वो जिंदा रहे। तो लो जी, जो अगर कहें जी सामने आए, बिल मुकाबल आए, तो फिर वो मारा जाता है, फिर वो मर जाता है। तो बिल मुकाबल भी आए, तो उसके बाद जिंदा रहे। मुबाहला करने के बाद 8 साल आप पहले फोत हुए, वो 8 साल बाद फोत हुए। तो कोई भी तो बात सिरे नहीं चढ़ती इनके बेचारों की, जो भी करते हैं आगे से पकड़े जाते हैं। प्ले करें जी। प्ले कर दें भाई जब चाहें। अब जी कर दें प्ले। इसके लिए कुरान करीम में अलग से सजा है कि खुदा ताला ऐसे लोगों को पनपने नहीं देता। ये थी बात हजरत मसीह मौद अलैहिस्सलाम के लिए। हजरत मसीह मौद अलैहिस्सलाम ने जब अपने लिए ये बात कही कि अल्लाह ताला काज़ियों को लंबी उम्र नहीं देता, तो चूंकि सनाउल अमर अस्तरी हजरत मसीह मौद अलैहिस्सलाम को मुफ्ती मिनल्लाह समझता था कि ये खुदा ताला के ऊपर इफ्तरा करते हैं, इसी तनाजुर में हजरत मसीह मौद अलैहिस्सलाम ने वो बात कही थी कि भाई जो लोग अल्लाह ताला के ऊपर इफ्तरा करते हैं, झूठ बोलते हैं और कहते हैं कि हमें खुदा ताला ने ये बात कही है, खुदा ताला हमें ये बातें बता रहा है, खुदा ताला ऐसे लोगों को लंबी उम्र नहीं दिया करता है। जैसे कि मोहम्मद सल्लल्लाहु अलैहि वसल्लम की आयत में रुकें भाई। कितनी लंबी उम्र मिर्जा साहब को मिल गई थी जब उन्होंने दावा किया था नबूवत का। 1901 में ही दावा किया ना, उससे पहले तो इनकार करते रहे ना दावा नबूवत से। 1901 के बाद कितना अरसा जिंदा रहे मिर्जा साहब? 7 साल। कितनी लंबी उम्र अल्लाह ताला ने दे दी। यहाँ पर तो झूठे मुदैया ने नबूवत कई दहाइयों तक उनका सिक्का चलता रहा है। इसी तरह से ये बिहाई हैं, उनका अभी तक चल रहा है। तो ये क्या बात है कि जब वो कोई दावा करता है झूठा तो वो पनपता नहीं है, वो जिंदा नहीं रहता है। ये कौन से आप अपने करंतु उसूल बताते हैं लोगों को? अल्लाह ताला झूठे को लंबी उम्र नहीं देता, ये बात मिर्जा साहब की अपनी खाना साज है ना कुरान में लिखा हुआ है ना हदीस में लिखा हुआ है। असल तो बात ये है कि मिर्जा साहब ये असूल पेश करते थे कि हम में से जो झूठा होगा वह सच्चे की जिंदगी में मर जाएगा। मौलाना सनाउल अमृतसरी पूछते थे कि यह असूल कित्थों ले आ जाए? एक कुरान दी आयत केड़ी च लिखी है? नबी पाक की जिंदगी में सुन्नत में ये बात कहाँ पड़ी हुई है कि झूठा सच्चे की जिंदगी में मर जाता है? कई बार झूठा अल्लाह ताला उसको लंबी मोहलत देता है, ढील देता है, और कुरान में लिखा हुआ है जा बजा हम इनको ढील देते हैं, हम इनको मौका देते हैं। तो ये कौन से असूल है जी? झूठा मर जाता है सच्चे की जिंदगी में। करें जी। आमर भाई, ये मिर्जा गुलाम कादियानी का ना ये ट्रिक था एक ज़हनी तौर पे लोगों को मुतासर करने के लिए कि देखें मिर्जा गुलाम कादियानी जब धड़ल्ले से कहेगा कि जो झूठा है वो सच्चे की ज़िंदगी में मर जाएगा। अभी मरे तो नहीं ना, दोनों जिंदा हैं। तो जब तक मिर्जा गुलाम कादियानी जिंदा, ये मलांग जो है वो बड़े कॉन्फिडेंट रहेंगे। देखें हमारे नबी ने चैलेंज दिया हुआ है। अब मिर्जे का इसमें क्या नुकसान था भाई ये चैलेंज देने में कि अगर तो मिर्जा गुलाम कादियानी की ज़िंदगी में कोई मुखालफ मर गया तो वाह वाह बल्ले बल्ले, मिर्जे की बल्ले बल्ले हो जाएगी। और अगर खुद मिर्जा गुलाम कादियानी मर गया तो उसने कहा मैं तो मर जाऊंगा, जब जाऊंगा पीछे मिर्जा ही जाने का काम जो मुझे तो कोई मसला नहीं है। मैं जब तक जिंदा हूँ मैं तो अपना जनाब दबाका लगा के रखूँ ना। जब मैंने मर जाना है फिर ये पीछे मिर्जा ही जाने, इनका काम जाने, मेरा तो कुछ नहीं लेना देना, किसी ने कुछ नहीं कर लेना ना। तो ये मिर्जा गुलाम कादियानी नफ्सियाती जो हरबे थे वो इस तरह का इस्तेमाल करता था। इसका कुरान हदीस से वाकई कोई लेना देना है नहीं। और ये जो लंबी ज़िंदगी वाला मामला और जनाब अली उसकी जमात का ख़त्म हो जाना और उसके सिलसिले का ख़त्म हो जाना, ये दोनों चीज़ें तारीख भरी पड़ी है। वो जो था साले बिन तरीफ
वो उसका वो खुद भी तकरीबन 40-45 साल तक जिंदा रहा है, और उसका जो आगे जमात चली है, उन्होंने तो तरक्की इतनी की थी, इतनी ज़्यादा उन्होंने दुनिया में तूफ़ान मचाए रखा था कि बहुत बड़े दुनिया के हिस्से पे, तकरीबन 1/3 हिस्से पे उन्होंने पूरी दुनिया के कब्ज़ा कर लिया था। उनकी हुकूमतें कायम थी, उनकी जनाब वहाँ पे अपना गवर्नमेंट्स थी, अपना मज़हब जो उसने गढ़ा था, साले बिन तरीफ ने नया मज़हब जो गढ़ के उसने पेश किया था, वो मज़हब राज था। उनकी फ़ौजें थीं, उनकी अदालतें थीं, उनकी अपनी करेंसी थी, इतने ममालक उन्होंने फ़तह कर लिए थे, और तकरीबन 450 साल तक उनकी हुकूमतें कायम रही हैं उस फितने की, 450 साल तक। इसी तरह आप बहाउल्लाह की बात कर रहे हैं, वो भी अपने दावे के बाद कई साल तक जिंदा रहा, तकरीबन 40 साल तक जिंदा रहा, उसने भी दावा किया, और बेशुमार हैं। और फिर जो मैं पहले भी बताता होता हूँ कि ये आज की जो क्रिश्चियनिटी है, इसके बारे में मिर्ज़ा ग़ुलाम क़ादियानी ने खुद लिखा हुआ है कि ये पुलूसी मज़हब है, ये ईसाईयत जो है ये पुलूसी मज़हब है, क्योंकि पुलूस ने ये सारी खुराफात फैलाई हैं जो कि आज जिस पे क्रिश्चियनिटी की बुनियाद खड़ी है, यानी कि ये तसलीस का अक़ीदा हो गया, कफ़ारे का अक़ीदा हो गया, तो ये सारे जो अकायद मेन हैं क्रिश्चियनिटी की, ये उसी पुलूस ने फैलाए थे। और आज तक उसका मज़हब आज भी क्रिश्चियनिटी जो है वो तादाद के लिहाज से भी सबसे बड़ा मज़हब है, और अफरादी क़ुव्वत के लिहाज से, और फिर दुनियावी तरक्की के लिहाज से भी वो सबसे ज़्यादा मजबूत है। उनके ममालक सबसे ज़्यादा, इंफ्रास्ट्रक्चर सबसे ज़्यादा है, मईशत सबसे ज़्यादा उनकी मजबूत है, कुल मिला के आप देख लें। तो ये सब टोपी ड्रामा है मर्जियों का, क्योंकि मिर्ज़ा ग़ुलाम क़ादियानी किसी तौर की नबूवत के दायरा कार में फ़िट नहीं होता, तो इस तरह के पंक्चर ये लगाते हैं कि नहीं जी लंबी उम्र नहीं पाते तो फलां नहीं। इससे बड़ी बड़ी लंबी उम्रें पाई हुई हैं कज़ाबों ने। ये है अहम बात, बहुत प्यारी बात जी, आपने की है, बहुत प्यारी बात आपने की है कि पहले इनसे ये पूछना चाहिए ना कि भाई ये मिर्जा साहब ने बात कहाँ से ली है कि झूठा सच्चे की जिंदगी में मर जाता है, ये कहाँ लिखा हुआ है, या झूठे को लंबी उम्र नहीं अल्लाह देता, ये कहाँ लिखा हुआ है? कुरान और हदीस के तो खिलाफ है ये बात सारी। पहली बुनियाद ही गलत है, इसके ऊपर फिर ऊपर बिल्डिंग बनानी है तो वो सारी टेढ़ी बनेगी ना, बुनियाद ही गलत है, ऐसा नहीं है। आमिर साहब, मिर्जा साहब ने कहाँ लिखा है कि झूठा जो है वो सच्चे की जिंदगी में मारा जाता है? किसी इश्तिहार में, किसी इश्तिहार में इश्तिहार अभी डाउनलोड किया है, हाँ, वो जो सफा आपने बताया है उसमें ये नहीं लिखा हुआ कि वाकई वो मारा जाता है, इस इश्तिहार में किया है कि मारा जाए, लेकिन ये नहीं लिखा हुआ कि वाकई मारा जाता है। पहले जो जुमला खबरिया है, दुआ बाद में की है, पहले उन्होंने साफ लिखा हुआ है कि मैं जानता हूं कि झूठा वो लंबी उम्र नहीं पाता, वो आकर अपने दुश्मनों के बिलमुकाबल नाकाम मुराद हलाक हो जाता है, अशद दुश्मनों के बिलमुकाबल। साफ लिखा हुआ है वहां पर मिर्जा साहब ने, मैं जानता हूं कि झूठा वो लंबी उम्र नहीं पाता। पढ़े जरा पहला। अच्छा, ये जो होता है झूठा लंबी उम्र नहीं पाता, ये बात मुहावरतन होती है कि झूठ बिलाखर जो है वो एक दिन पकड़ा जाता है, इससे ये मुराद तो नहीं गई? नहीं, उन्होंने साफ लिखा हुआ है कि वो सामने अपने दुश्मनों के सामने मर जाता है, इसका मतलब ये उसकी जिंदगी में मर जाता है। मतलब ये है ना, देखें मतलब ये है ना कि उनके कहने का ये भी तो हो सकता है ना कि जो झूठ होता है वो कोई भी बोल रहा हो, जैद हो, बकर हो, कोई भी बोल रहा हो, वो झूठ बिलाखर पकड़ा जाता है, वो ज्यादा उम्र नहीं पाता, ज्यादा हाँ, एक दिन पकड़ा जाता है झूठ। अगर ये मतलब होता तो मिर्जा साहब उसका ये जिक्र ना करते कि वो अपने दुश्मनों के सामने मरता है, यानी उनकी जिंदगी में मर जाता है, ये ना कहते हैं। नहीं, देखें अगर एक जगह तवील करेंगे ना फिर दूसरी जगह भी तवील करेंगे। मसलन अगर मैं पहले हिस्से में ये तवील करता हूँ कि झूठ बिलाखर पकड़ा जाता है, तो फिर दुश्मन की भी तवील करेंगे कि दुश्मन जो होता है वो जो अंबिया होते हैं, ये जो दावेदार होते हैं, उनकी जो कौम होती है वो भी उसके साथ वो भी एक दूसरे के दुश्मन होते हैं ना, मतलब कि वो हो सकता है उनकी जिंदगी में वो पकड़ा जाए झूठ उनका, ये भी तो हो सकता है ना। नहीं, असल में मिर्जा साहब जो साफ बात कर रहे हैं वो उर्दू में लिखी हुई है, मेरा ख्याल नहीं कि उसको कोई मरोड़ने की ज़रूरत है। वो साफ कह रहे हैं कि मैं जानता हूं कि झूठा वो ज़्यादा उम्र नहीं पाता, वो ज़्यादा देर तक जिंदा नहीं रहता, वो अपने दुश्मनों यानी सच्चों की जिंदगी में ही वो मारा जाता है, मर जाता है। आमिर साहब, मैं वो आपकी बात समझ गया हूँ, मैं आपकी बात समझ गया हूँ कि ये ऐसे ही होता है, और मेरा ख्याल है कि अगर ये मिसाल हम दूसरे अंबिया और कुरान करीम से देखें तो यकीनन वहाँ पे भी मिसालें मिल जाएंगी कि अल्लाह ताला ने उन पर रोज़े रोशन की तरह
اپنی آیات جو ہیں وہ نازل کی، وہ صداقت نازل کرتا ہے، وہ ان کو ثابت کر دیتا ہے. وہ ایمان لائیں نہ لائیں، زندہ رہیں یا مر جائیں، وہ ایک الگ معاملہ ہے، سچائی کو ثابت کر دیتا ہے. اس سے مراد مرزا صاحب کی یہ بھی ہو سکتی ہے کہ جو جھوٹا ہے وہ بالآخر پکڑا جاتا ہے، اس کا جھوٹ پکڑا جاتا ہے. جیسے حضرت موسیٰ علیہ السلام کے واقعے میں وہ جادوگروں والا جو واقعہ تھا، ان کے جادو پکڑے گئے تھے اور ایسے وہ ایک جھوٹ پکڑا تھا. وہ جادوگر فوت بالآخر آسائی صاحب